ਹੈਲੋ एवरीवन ਵੈਲਕਮ ਟੂ ਸਟੇ ਸ਼ੌਕਰ ਸਟੋਰੀ ਬਿਕਮਸ ਈਜ਼ੀਅਰ। ਸੋ ਜਿਵੇਂ ਤੁਹਾਨੂੰ ਪਤਾ ਜੀ ਆਪਾਂ 5994 ਈਟੀਟੀ ਦੀ ਪੋਸਟਾਂ ਦੇ ਲਈ ਆਪਾਂ ਸਾਇੰਸ ਦੇ ਵਿੱਚ ਬਾਇਓਲੋਜੀ ਦੇ ਚੈਪਟਰਸ ਸ਼ੁਰੂ ਕੀਤੇ ਹੋਏ ਸੀ। ਉਹਦੀ ਪ੍ਰੈਪਰੇਸ਼ਨ ਆਪਾਂ ਸ਼ੁਰੂ ਕੀਤੀ ਹੋਈ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਚੈਪਟਰ ਫੰਡਾਮੈਂਟਲ ਯੂਨਿਟ ਆਫ ਲਾਈਫ ਸੈੱਲ ਨੂੰ ਆਪਾਂ ਕੰਪਲੀਟ ਕਰ ਚੁੱਕੇ ਹਾਂ। ਉਸਦੇ ਚਾਰੇ ਲੈਕਚਰ ਆਪਾਂ ਲਗਾ ਚੁੱਕੇ ਹਾਂ। ਉਹਨਾਂ 4 ਲੈਕਚਰ ਦੇ ਵਿੱਚ ਜੋ ਕੁਝ ਵੀ ਤੁਹਾਨੂੰ ਕਰਵਾਇਆ ਉਸ ਤੋਂ ਬਾਹਰ ਤੁਹਾਨੂੰ ਕੁਝ ਵੀ ਜਿਹੜਾ ਉੱਥੇ ਕੁਐਸਚਨ ਨਹੀਂ ਆਉਣ ਵਾਲਾ। ਸੋ ਜਿੰਨਾ ਕੁਝ ਵੀ ਸੈੱਲ ਦੇ ਵਿੱਚ ਬਣਦਾ ਸੀ ਉਹ ਆਪਾਂ ਉਸ 4 ਲੈਕਚਰ ਦੇ ਵਿੱਚ ਤੁਹਾਨੂੰ ਕੰਪਲੀਟ ਸੈੱਲ ਦੀ ਇਨਫੋਰਮੇਸ਼ਨ ਜਿਹੜੀ ਉਹ ਕਰਵਾ ਚੁੱਕੇ ਹਾਂ। ਅਗਰ ਤੁਹਾਨੂੰ ਹਾਲੇ ਤੱਕ ਉਹ ਲੈਕਚਰ ਨਹੀਂ ਦੇਖੇ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਅੱਜ ਆਪਾਂ ਕਰਨ ਵਾਲੇ ਹਾਂ ਜੀ ਅੱਜ ਆਪਣਾ ਦੂਸਰਾ ਚੈਪਟਰ, ਜਿਸ ਦਾ ਨਾਮ ਹੈ ਜੀ ਟਿਸ਼ੂ। ਟਿਸ਼ੂ ਨੂੰ ਸਮਝਣ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਲੈਵਲ ਆਫ ਆਰਗੇਨਾਈਜੇਸ਼ਨ। ਇਸ ਨੂੰ ਡਿਟੇਲ ਦੇ ਵਿੱਚ ਸਮਝਦੇ ਹੋਏ ਆਪਾਂ ਜਾ ਕੇ ਟਿਸ਼ੂ ਨੂੰ ਸਮਝਦੇ ਹਾਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ। ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਜੀ ਸ਼ੁਰੂ ਕਰਦੇ ਹਾਂ ਜੀ। ਅੱਜ ਆਪਾਂ ਸਮਝਣ ਵਾਲੇ ਸਭ ਤੋਂ ਪਹਿਲਾਂ ਲੈਵਲ ਆਫ ਆਰਗੇਨਾਈਜੇਸ਼ਨ। ਲੈਵਲ ਆਫ ਆਰਗੇਨਾਈਜੇਸ਼ਨ ਸਮਝਣ ਤੋਂ ਪਹਿਲਾਂ ਆਪਾਂ ਨਾਲ ਇੱਕ ਐਗਜ਼ਾਮਪਲ ਦੇ ਥਰੂ ਇਸ ਚੀਜ਼ ਨੂੰ ਆਪਾਂ ਸਮਝਾਂਗੇ। ਕੁਝ ਜਿਵੇਂ ਤੁਸੀਂ ਇੱਕ ਸਕੂਲ ਦੀ ਐਗਜ਼ਾਮਪਲ ਲੈਣੇ ਆਪਾਂ ਸਭ ਤੋਂ ਪਹਿਲਾਂ, ਉਸਦੇ ਵਿੱਚ ਕੀ ਹੁੰਦਾ ਹੈ, ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਬੇਸਿਕ ਯੂਨਿਟ ਕੀ ਹੁੰਦਾ, ਸਕੂਲ ਕਿਸ ਚੀਜ਼ ਤੋਂ ਬਣਦਾ ਹੈ, ਉੱਥੇ ਮੇਨ ਕੌਣ ਜਾਂਦਾ ਹੈ, ਉੱਥੇ ਜਾਂਦੇ ਆ ਸਟੂਡੈਂਟਸ। ਜਿੰਨੇ ਸਟੂਡੈਂਟਸ ਹੋਣਗੇ ਸਟੂਡੈਂਟਸ ਦੇ ਨਾਲ ਹੀ ਸਕੂਲ ਹੁੰਦਾ। ਜੇ ਉੱਥੇ ਵਿਦਿਆਰਥੀ ਹੀ ਨਾ ਹੋਣ ਤਾਂ ਉਹ ਸਕੂਲ ਵੀ ਨਹੀਂ ਹੋਏਗਾ। ਸੋ ਮੇਨ ਉੱਥੇ ਬੇਸਿਕ ਯੂਨਿਟ ਕੀ ਹੋ ਗਿਆ ਜੀ, ਸਟੂਡੈਂਟ ਬਹੁਤ ਸਾਰੇ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਸਟੂਡੈਂਟ ਹੁੰਦੇ ਨੇ। ਕੋਈ ਛੋਟਾ ਹੁੰਦਾ, ਕੋਈ ਵੱਡਾ ਹੁੰਦਾ, ਅਲੱਗ-ਅਲੱਗ ਕਲਾਸਿਸ ਦੇ ਹੁੰਦੇ ਨੇ, ਅਲੱਗ-ਅਲੱਗ ਕਰੈਕਟਰਿਸਟਿਕ ਰੱਖਣ ਵਾਲੇ ਸਟੂਡੈਂਟਸ ਹੁੰਦੇ ਨੇ। ਤਾਂ ਅਲੱਗ-ਅਲੱਗ ਸਟੂਡੈਂਟਸ ਜਿਹੜੇ ਨੇ ਉਹ ਇੱਕ ਬੇਸਿਕ ਯੂਨਿਟ ਹੈ ਕਿਸੇ ਵੀ ਸਕੂਲ ਦਾ। ਸਕੂਲ ਇੱਕ ਤਰੀਕੇ ਨਾਲ ਵਿਦਿਆਰਥੀਆਂ ਤੋਂ ਜਾਣਿਆ ਜਾਂਦਾ ਹੈ। ਉਸੇ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਜਾਂ ਕਿਸੇ ਵੀ ਲਿਵਿੰਗ ਆਰਗੈਨਿਜ਼ਮਸ, ਕਿਸੇ ਵੀ ਸਜੀਵ ਦੇ ਵਿੱਚ ਜੋ ਬੇਸਿਕ ਯੂਨਿਟ ਹੈ ਉਹ ਹੈਗਾ ਜੀ ਸੈੱਲ। ਜਿਸ ਤਰ੍ਹਾਂ ਇੱਕ ਸਕੂਲ ਦਾ ਬੇਸਿਕ ਯੂਨਿਟ ਸਟੂਡੈਂਟਸ ਨੇ, ਉਸੇ ਤਰ੍ਹਾਂ ਸੈੱਲ ਜਿਹੜਾ ਉਹ ਇੱਕ ਸਜੀਵ ਦਾ ਬੇਸਿਕ ਯੂਨਿਟ ਹੈਗਾ। ਉਸੇ ਸਕੂਲ ਦੇ ਵਿੱਚ ਕੁਝ ਗਰੁੱਪਸ ਹੁੰਦੇ ਨੇ, ਸਟੂਡੈਂਟਸ ਜਿਹੜੇ ਹੁੰਦੇ ਨੇ ਉਹਨਾਂ ਦੇ ਛੋਟੇ-ਛੋਟੇ ਗਰੁੱਪ ਬਣੇ ਹੁੰਦੇ ਨੇ, 3-3 4-4 ਸਟੂਡੈਂਟਸ ਦੇ ਗਰੁੱਪ, ਫਰੈਂਡਸ ਗਰੁੱਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜੇ ਵਿਦਿਆਰਥੀ ਆਪਸ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹ ਇੱਕੋ ਜਿਹੇ ਨੇ, ਉਹ ਆਪਸ ਦੇ ਵਿੱਚ ਦੋਸਤ ਬਣ ਜਾਂਦੇ ਆ। ਤੇ ਇੱਦਾਂ ਫਰੈਂਡਸ ਗਰੁੱਪ ਜਿਹੜੇ ਆ ਛੋਟੇ-ਛੋਟੇ ਬਣੇ ਹੁੰਦੇ ਨੇ, ਜਿਹਦੇ ਵਿੱਚ 3-4 ਜਾਂ ਵੱਧ ਵੀ ਜਿਹੜੇ ਆ ਉਹ ਸਟੂਡੈਂਟਸ ਹੋ ਸਕਦੇ ਨੇ। ਇਸੇ ਤਰ੍ਹਾਂ ਇੱਕ ਸਜੀਵ ਦੇ ਵਿੱਚ ਇੱਕੋ ਜਿਹੇ ਜਿਹੜੇ ਸੈੱਲ ਹੁੰਦੇ ਨੇ, ਜੋ ਇੱਕੋ ਤਰ੍ਹਾਂ ਦੇ ਦਿਖਦੇ ਨੇ ਜਾਂ ਇੱਕੋ ਤਰ੍ਹਾਂ ਦਾ ਕੰਮ ਕਰਦੇ ਨੇ, ਇੱਕੋ ਜਿਹੇ ਹੁੰਦੇ ਨੇ, ਉਹ ਵੀ ਆਪਸ ਦੇ ਵਿੱਚ ਗਰੁੱਪ ਬਣਾ ਲੈਂਦੇ ਨੇ, ਇਕੱਠੇ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਸਟੂਡੈਂਟ ਸੀ ਇਕੱਲੇ-ਇਕੱਲੇ, ਫਿਰ ਜਿਵੇਂ ਉਹਨਾਂ ਦਾ ਗਰੁੱਪ ਬਣ ਜਾਂਦਾ, ਉੱਥੇ ਸਕੂਲ 'ਚ ਆਉਂਦੇ ਨੇ, ਉਹ ਦੂਸਰੇ ਵਿਦਿਆਰਥੀਆਂ ਨਾਲ ਮਿਲਦੇ ਨੇ, ਆਪਣੇ ਫਰੈਂਡਸ ਬਣਾਉਂਦੇ ਨੇ, ਗਰੁੱਪ ਬਣਾ ਲੈਂਦੇ ਨੇ। ਉਸੇ ਤਰ੍ਹਾਂ ਸੈੱਲ ਦੇ ਵੀ ਜਿਹੜੇ ਗਰੁੱਪ ਬਣ ਜਾਂਦਾ ਹੈ। ਤੇ ਜਦੋਂ ਕਾਫੀ ਸਾਰੇ ਇੱਕੋ ਜਿਹੇ ਸੈੱਲ ਜਿਹੜੇ ਆ ਉਹ ਇਕੱਠੇ ਹੋ ਜਾਂਦੇ ਆ, ਉਹਨੂੰ ਅਸੀਂ ਕਹਿੰਦੇ ਹਾਂ ਟਿਸ਼ੂ। ਬੇਸਿਕ ਯੂਨਿਟ ਹੋ ਗਿਆ ਸੈੱਲ। ਜਦੋਂ ਸੈੱਲ ਇਕੱਠੇ ਹੋ ਜਾਂਦੇ ਆ ਫਿਰ ਬਣ ਜਾਂਦਾ ਟਿਸ਼ੂ। ਸੋ ਜਿਵੇਂ ਇੱਕ ਸਕੂਲ ਦੇ ਵਿੱਚ ਸਟੂਡੈਂਟਸ ਦਾ ਗਰੁੱਪ ਹੁੰਦਾ, ਉਸੇ ਤਰ੍ਹਾਂ ਇੱਕ ਸਜੀਵ ਦੇ ਵਿੱਚ ਸੈੱਲਾਂ ਦੇ ਇਕੱਠ ਨੂੰ ਆਪਾਂ ਟਿਸ਼ੂ ਕਹਿ ਦਿੰਦੇ ਹਾਂ। ਕਈ ਸਾਰੇ ਗਰੁੱਪਸ ਹੁੰਦੇ ਨੇ, ਉਹਨਾਂ ਸਾਰੇ ਗਰੁੱਪਸ ਨੂੰ ਮਿਲਾ ਕੇ, ਕਈ ਫਰੈਂਡਸ ਦੇ ਗਰੁੱਪਸ ਨੂੰ ਮਿਲਾ ਕੇ ਜਿਹੜੀ ਹੈ ਇੱਕ ਕਲਾਸ ਬਣ ਜਾਂਦੀ ਹੈ। ਫੋਰ ਐਗਜ਼ਾਮਪਲ 4th ਕਲਾਸ ਦੀ ਗੱਲ ਕਰ ਲਈਏ, ਚੌਥੀ ਕਲਾਸ ਦੀ ਗੱਲ ਕਰ ਲਈਏ, ਤਾਂ ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਹੋਣਗੇ। ਮੰਨ ਲਓ ਉਹਦੇ ਵਿੱਚ 30 ਸਟੂਡੈਂਟ ਹੈ, ਤਾਂ ਉਹ ਤਾਂ ਹੋ ਗਏ ਇਕੱਲੇ ਵਿਦਿਆਰਥੀ 30 ਸਟੂਡੈਂਟ। ਲੇਕਿਨ ਮੰਨ ਲਓ ਉਹਦੇ ਵਿੱਚ 5 ਫਰੈਂਡਸ ਗਰੁੱਪ ਨੇ, ਯਾਨੀ ਕਿ 5 ਗਰੁੱਪ ਨੇ ਵਿਦਿਆਰਥੀਆਂ ਦੇ, ਜੋ ਉਹਨਾਂ ਦੇ ਫਰੈਂਡਸ ਗਰੁੱਪ ਨੇ, ਉਹਨਾਂ ਦੇ ਦੋਸਤਾਂ ਦੇ ਗਰੁੱਪ ਨੇ, ਉਹ ਗਰੁੱਪ ਹੋ ਗਏ 5। ਲੇਕਿਨ ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜੀ ਇੱਕ ਪ੍ਰੋਪਰ ਜਿਹੜੀ ਪੂਰੀ ਉਹ ਕਲਾਸ ਬਣ ਜਾਂਦੀ ਹੈ। ਅਤੇ ਕਲਾਸ ਦਾ ਨਾਮ ਹੈਗਾ 4th ਕਲਾਸ, ਚੌਥੀ ਜਮਾਤ। ਇਸੇ ਤਰ੍ਹਾਂ ਟਿਸ਼ੂ ਗਰੁੱਪ ਦੀ ਤਰ੍ਹਾਂ ਹੋ ਗਏ। ਲੇਕਿਨ ਇਸੇ ਤਰ੍ਹਾਂ ਜਦੋਂ ਕਈ ਗਰੁੱਪ, ਕਈ ਟਿਸ਼ੂ ਜਿਹੜੇ ਆ ਉਹ ਆਪਸ ਦੇ ਵਿੱਚ ਮਿਲ ਜਾਂਦੇ ਆ, ਤਾਂ ਜਿਵੇਂ ਉੱਧਰ ਕਲਾਸ ਬਣ ਗਈ ਸੀ, ਇੱਧਰ ਆਪਣੇ ਬਣ ਜਾਂਦਾ ਜੀ ਔਰਗਨ। ਸਜੀਵ ਦੇ ਵਿੱਚ ਬਣ ਜਾਂਦਾ ਇੱਕ ਔਰਗਨ, ਤੇ ਉਸ ਔਰਗਨ ਦਾ ਇੱਕ ਪਰਟੀਕੂਲਰ ਨਾਮ ਵੀ ਹੁੰਦਾ। ਜਿਵੇਂ ਕਲਾਸ ਦਾ ਨਾਮ ਸੀ 4th ਕਲਾਸ, ਚੌਥੀ ਜਮਾਤ, ਉਸੇ ਤਰ੍ਹਾਂ ਔਰਗਨ ਦੇ ਨਾਮ ਹੁੰਦੇ ਨੇ। ਜਿਵੇਂ ਆਪਾਂ ਲਗਾ ਲਈਏ ਕਿਡਨੀ, ਸਟਮਕ, ਲੀਵਰ, ਇਹ ਸਭ ਆਪਣੇ ਔਰਗਨ ਨੇ। ਹੁਣ ਇਸੇ ਤਰ੍ਹਾਂ ਦੇ ਕਈ ਕਲਾਸਿਸ ਅਗਰ ਇੱਦਾਂ ਦੀਆਂ ਮਿਲ ਜਾਣ, ਕਈ ਕਲਾਸਿਸ, ਪਹਿਲੀ ਕਲਾਸ, ਦੂਜੀ ਕਲਾਸ, ਤੀਜੀ ਕਲਾਸ, ਚੌਥੀ ਕਲਾਸ, ਇੱਦਾਂ ਦੀ ਕਲਾਸਿਸ ਮਿਲ ਕੇ ਇੱਕ ਜਿਹੜਾ ਹੈ ਉੱਥੇ ਗਰੁੱਪ ਬਣਾ ਲੈਣ, ਇੱਕ ਬੜੀ ਚੀਜ਼ ਬਣ ਜਾਏ। ਬੜੀ ਕੀ ਬਣ ਜਾਏਗਾ, ਮੰਨ ਲਓ ਪ੍ਰਾਇਮਰੀ ਕਲਾਸ ਹੁੰਦਾ ਸਕੂਲ ਦੇ ਵਿੱਚ, ਇੱਕ ਬਿਲਡਿੰਗ ਦੇ ਵਿੱਚ ਇੱਕ ਪੂਰਾ ਵਿੰਗ ਜਿਹੜਾ ਉਹ ਅਲੱਗ ਤੋਂ ਹੁੰਦਾ ਵੀ ਇਹ ਪ੍ਰਾਇਮਰੀ ਕਲਾਸਿਸ ਦਾ ਵਿੰਗ ਹੈ। ਇੱਥੇ ਸਿਰਫ ਪ੍ਰਾਇਮਰੀ ਕਲਾਸਿਸ ਹੀ ਹੋਣਗੀਆਂ, ਐਲੀਮੈਂਟਰੀ ਕਲਾਸਿਸ ਹੀ ਹੋਣਗੀਆਂ, ਪਹਿਲੀ ਤੋਂ ਪੰਜਵੀਂ ਤੱਕ ਦੀਆਂ ਜਮਾਤਾਂ ਹੀ ਇਸ ਬਿਲਡਿੰਗ ਦੇ ਵਿੱਚ ਹੋਣਗੀਆਂ। ਉਸ ਤਰ੍ਹਾਂ ਬੜੀ ਬਿਲਡਿੰਗ ਬਣ ਜਾਂਦੀ ਹੈ, ਜਿਹਦੇ ਵਿੱਚ ਕਈ ਸਾਰੀਆਂ ਪ੍ਰਾਇਮਰੀ ਜਮਾਤਾਂ ਜਿਹੜੀਆਂ ਨੇ ਇਕੱਠੀਆਂ ਲੱਗਦੀਆਂ ਨੇ। ਉਸੇ ਤਰ੍ਹਾਂ ਸਾਡੇ ਸਜੀਵ ਦੇ ਵਿੱਚ ਜਦੋਂ ਕਈ ਔਰਗਨ ਇਕੱਠੇ ਹੋ ਜਾਂਦੇ ਆ, ਤਾਂ ਉਹ ਬਣ ਜਾਂਦਾ ਜੀ ਔਰਗਨ ਸਿਸਟਮ। ਤਾਂ ਉਹਦੇ ਵਿੱਚ ਬਹੁਤ ਸਾਰੇ ਔਰਗਨਸ ਹੁੰਦੇ ਨੇ, ਜੋ ਪਰਟੀਕੂਲਰ ਇੱਕ ਕੰਮ ਨੂੰ ਕਰਨ ਲਈ, ਇੱਕ ਬੜੇ ਗੋਲ ਨੂੰ ਅਚੀਵ ਕਰਨ ਲਈ ਲੱਗੇ ਹੋਏ ਹੁੰਦੇ ਨੇ। ਸੋ ਸਾਰੇ ਔਰਗਨਾਂ ਨੂੰ ਮਿਲਾ ਕੇ ਇੱਕ ਬਣ ਜਾਂਦਾ ਜੀ ਔਰਗਨ ਸਿਸਟਮ। ਤੇ ਇਸੇ ਤਰ੍ਹਾਂ ਅਗਰ ਆਪਾਂ ਫੇਰ ਲਗਾ ਲਈਏ, ਉਸ ਬਿਲਡਿੰਗ ਦੇ ਵਿੱਚ ਇਕੱਲੀਆਂ ਪ੍ਰਾਇਮਰੀ ਕਲਾਸਿਸ ਨਹੀਂ ਹੁੰਦੀਆਂ, ਉਹਦੇ ਵਿੱਚ ਅਪਰ ਕਲਾਸਿਸ ਵੀ ਹੁੰਦੀਆਂ ਨੇ, ਅਪਰ ਪ੍ਰਾਇਮਰੀ ਕਲਾਸਿਸ ਵੀ ਹੁੰਦੀਆਂ ਨੇ, ਤਾਂ ਬਹੁਤ ਸਾਰੀਆਂ ਕਲਾਸਿਸ ਹੁੰਦੀਆਂ ਨੇ। ਤੇ ਇੱਦਾਂ ਦੀਆਂ ਕਈ ਸਾਰੀਆਂ ਕਲਾਸਿਸ, ਇੱਦਾਂ ਦੇ ਕਈ ਸਾਰੇ ਵਿੰਗ, ਕਈ ਬਿਲਡਿੰਗਸ ਨੂੰ ਮਿਲਾ ਕੇ ਜਿਹੜਾ ਪੂਰਾ ਵੱਡਾ ਸਕੂਲ ਜਿਹੜਾ ਉਹ ਬਣ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਜੀਵ ਦੇ ਵਿੱਚ ਜਦੋਂ ਇੱਦਾਂ ਦੇ ਕਈ ਔਰਗਨ ਸਿਸਟਮ ਮਿਲ ਜਾਂਦੇ ਨੇ, ਤਾਂ ਬਹੁਤ ਸਾਰੇ ਔਰਗਨ ਸਿਸਟਮ ਨੂੰ ਮਿਲਾ ਕੇ ਪੂਰਾ ਦਾ ਪੂਰਾ ਇੱਕ ਸਜੀਵ ਬਣ ਜਾਂਦਾ ਹੈ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਲਿਵਿੰਗ ਔਰਗੈਨਿਜ਼ਮ। ਤਾਂ ਆਈ ਥਿੰਕ ਤੁਹਾਨੂੰ ਇਹ ਚੀਜ਼ ਦੇ ਲੈਵਲ ਆਫ ਆਰਗੇਨਾਈਜੇਸ਼ਨ ਸਮਝ ਆ ਗਿਆ ਹੋਏਗਾ। ਆਰਗੇਨਾਈਜੇਸ਼ਨ ਦੇ ਵਿੱਚ ਹਰ ਇੱਕ ਲੈਵਲ ਦੀ ਆਪਾਂ ਗੱਲ ਕੀਤੀ ਆ। ਪਹਿਲਾ ਲੈਵਲ ਹੈ ਸੈੱਲ, ਜੋ ਕਿ ਬੇਸਿਕ ਯੂਨਿਟ ਹੈ। ਜਦੋਂ ਗਰੁੱਪਸ ਬਣ ਜਾਂਦੇ ਨੇ ਸੈੱਲ ਦੇ, ਉਹ ਹੋ ਜਾਂਦਾ ਟਿਸ਼ੂ।
ਟਿਸ਼ੂ ਜਦੋਂ ਕਈ ਮਿਲ ਜਾਂਦੇ ਆ ਉਹ ਬਣ ਜਾਂਦਾ ਔਰਗਨ, ਔਰਗਨ ਤੋਂ ਬਣ ਜਾਂਦੇ ਆ ਜੀ ਔਰਗਨ ਸਿਸਟਮ, ਅਤੇ ਕਈ ਔਰਗਨ ਸਿਸਟਮ ਨੂੰ ਮਿਲਾ ਕੇ ਬਣ ਜਾਂਦਾ ਪੂਰਾ ਇੱਕ ਸਜੀਵ, ਯਾਨੀ ਕਿ ਸਜੀਵ ਜਿਹੜਾ ਫਿਰ ਬਹੁਤ ਸਾਰੇ ਔਰਗਨ ਸਿਸਟਮਾਂ ਦੇ ਇਕੱਠ ਤੋਂ ਬਣ ਕੇ ਬਣਦਾ ਸਜੀਵ। ਲੇਕਿਨ ਉਸੇ ਸਜੀਵ ਦੀ ਅਗਰ ਆਪਾਂ ਬੇਸਿਕ ਯੂਨਿਟ ਦੀ ਗੱਲ ਕਰ ਲਈਏ ਤਾਂ ਉਹ ਹੋ ਜਾਏਗਾ ਸੈੱਲ। ਤਾਂ ਆਈ ਥਿੰਕ ਹੁਣ ਤੁਹਾਨੂੰ ਲੈਵਲ ਆਫ ਆਰਗੇਨਾਈਜੇਸ਼ਨ ਸਮਝ ਆ ਗਿਆ ਹੋਏਗਾ। ਪਹਿਲੇ 4 ਲੈਕਚਰ ਆਪਾਂ ਸੈੱਲ ਤੇ ਲਗਾਏ ਨੇ ਜੋ ਕਿ ਫੰਡਾਮੈਂਟਲ ਯੂਨਿਟ ਆਫ ਲਾਈਫ ਹੈ। ਹੁਣ ਅੱਜ ਆਪਾਂ ਕਰਨ ਵਾਲੇ ਹਾਂ ਜੀ ਆਪਣਾ ਸੈਕਿੰਡ ਚੈਪਟਰ ਜਾਂ ਸੈਕਿੰਡ ਲੈਵਲ ਆਫ ਆਰਗੇਨਾਈਜੇਸ਼ਨ ਟਿਸ਼ੂ ਦੀ ਗੱਲ ਕਰ ਲਈਏ। ਜਿਸ ਤਰ੍ਹਾਂ ਮੈਂ ਤੁਹਾਨੂੰ ਲੈਵਲ ਆਫ ਆਰਗੇਨਾਈਜੇਸ਼ਨ 'ਚ ਸਮਝਾਇਆ ਹੀ ਹੈ ਕਿ ਅ ਗਰੁੱਪ ਆਫ ਸੈਲਸ ਦਾ ਗਰੁੱਪ ਹੈ ਦੈਟ ਆਰ ਸਿਮਿਲਰ ਇਨ ਸਟਰਕਚਰ ਐਂਡ ਔਰ ਵਰਕ ਟੂਗੈਦਰ ਟੂ ਅਚੀਵ ਅ ਸਪੈਸੀਫਿਕ ਫੰਕਸ਼ਨ। ਦੇਖੋ ਤੁਸੀਂ ਆਪਣੀ ਕਲਾਸ ਦੀ ਗੱਲ ਕਰ ਲਓ, ਜਿੱਥੇ ਵੀ ਤੁਸੀਂ ਪੜ੍ਹਦੇ ਸੀ ਕਲਾਸ ਸੀਗੀ ਇੱਕ, ਉੱਥੇ ਅਕਸਰ ਹੀ ਜਿਹੜੇ ਸਟੂਡੈਂਟਸ ਨੇ ਉਹ ਆਪਸ ਦੇ ਵਿੱਚ ਫਰੈਂਡਸ ਗਰੁੱਪ ਬਣਾ ਲੈਂਦੇ ਨੇ। 2-4 ਸਟੂਡੈਂਟਸ ਜਾਂ 3-4 ਜਾਂ 5 ਸਟੂਡੈਂਟਸ ਜਿਹੜੇ ਇਕੱਠੇ ਹੋ ਜਾਂਦੇ ਆ, ਥੋੜੇ ਫਰੈਂਡਸ ਬਣ ਜਾਂਦੇ ਆ। ਲੇਕਿਨ ਫਰੈਂਡਸ ਕਿਹੜੇ ਗਰੁੱਪ ਬਣਦੇ ਨੇ, ਕਿਹੜੇ 2-4 ਵਿਦਿਆਰਥੀ ਆਪਸ ਦੇ ਵਿੱਚ ਇਕੱਠੇ ਹੋ ਕੇ ਫਰੈਂਡਸ ਬਣਾਉਂਦੇ ਨੇ ਜੋ ਇੱਕੋ ਜਿਹੇ ਹੋਣ, ਉਹਨਾਂ ਦਾ ਸੁਭਾਅ ਇੱਕੋ ਜਿਹਾ ਹੋਵੇ, ਉਹਨਾਂ ਦੀ ਆਦਤਾਂ ਇੱਕੋ ਜਿਹੀਆਂ ਹੋਣ, ਉਹਨਾਂ ਦੀ ਨਾਪਸੰਦ ਪਸੰਦ ਇੱਕੋ ਜਿਹੀ ਹੋਵੇ, ਤਾਂ ਉਹ ਜਿਹੜੇ ਆਪਸ ਦੇ ਵਿੱਚ ਇਕੱਠੇ ਹੋ ਕੇ ਆਪਣਾ ਫਰੈਂਡਸ ਗਰੁੱਪ ਬਣਾ ਲੈਂਦੇ ਨੇ, ਇੱਕ ਦੂਜੇ ਦੇ ਦੋਸਤ ਬਣ ਜਾਂਦੇ ਨੇ। ਇਸੀ ਤਰ੍ਹਾਂ ਸੈੱਲਸ ਵੀ ਜਦੋਂ ਇਕੱਠੇ ਹੋ ਜਾਂਦੇ ਨੇ ਗਰੁੱਪ ਬਣਾ ਲੈਂਦੇ ਨੇ, ਪਰ ਕਿਹੜੇ ਸੈੱਲ ਜਿਹੜੇ ਸਟਰਕਚਰ ਦੇ ਵਿੱਚ ਸਿਮਿਲਰ ਹੋਣ ਜਾਂ ਉਹ ਇੱਕ ਸੇਮ ਫੰਕਸ਼ਨ ਕਰਨ ਦੇ ਵਿੱਚ ਲੱਗੇ ਹੁੰਦੇ ਨੇ, ਦੇਖਣ ਦੇ ਵਿੱਚ ਸਿਮਿਲਰ ਹੁੰਦੇ, ਉਹਨਾਂ ਦਾ ਢਾਂਚਾ ਸਿਮਿਲਰ ਹੁੰਦਾ, ਇੱਕੋ ਜਿਹਾ ਹੁੰਦਾ, ਅਤੇ ਨਾਲ ਹੀ ਉਹ ਕੰਮ ਵੀ ਜਿਹੜੇ ਆ ਕੋਈ ਇੱਕ ਕੰਮ ਨੂੰ ਅਚੀਵ ਕਰਨ ਲਈ, ਕੋਈ ਮੇਨ ਕੰਮ ਕਰਨ ਲਈ ਜਿਹੜੇ ਸਾਰੇ ਇਕੱਠੇ ਵਰਕ ਕਰ ਰਹੇ ਹੁੰਦੇ ਨੇ। ਸੋ ਉਹ ਜਿਹੜਾ ਹੈਗਾ ਉਹਨੂੰ ਆਪਾਂ ਉਸ ਗਰੁੱਪ ਨੂੰ, ਉਸ ਇਕੱਠ ਨੂੰ ਆਪਾਂ ਕਹਿੰਦੇ ਹਾਂ ਟਿਸ਼ੂ। ਹੁਣ ਅਗਰ ਆਪਾਂ ਯੂਨੀਸੈਲੂਲਰ ਔਰ ਮਲਟੀ ਸੈਲੂਲਰ ਦੀ ਗੱਲ ਕਰ ਲਈਏ, ਯੂਨੀ ਤਾਂ ਦੇ ਵਿੱਚ ਐਜ਼ ਅ ਸਜੀਵ ਜਿਹਦੇ ਵਿੱਚ ਸੈੱਲ ਹੀ ਇੱਕ ਹੁੰਦਾ। ਹੁਣ ਜਿਸ 'ਚ ਸੈੱਲ ਇੱਕ ਹੋਏਗਾ ਉਹ ਕਿਹਦੇ ਨਾਲ ਦੂਸਰਾ ਗਰੁੱਪ ਬਣਾਏਗਾ, ਕਿਸੇ ਨਾਲ ਨਹੀਂ। ਸੋ ਉੱਥੇ ਸਾਰੇ ਹੀ ਉਹਦੇ ਜਿਹੜੇ ਕੰਮ ਨੇਗੇ ਉਹ ਕੌਣ ਕਰਦਾ, ਇੱਕ ਸਿੰਗਲ ਸੈੱਲ ਕਰਦਾ। ਸੋ ਉੱਥੇ ਟਿਸ਼ੂ ਵਰਗਾ ਕੋਈ ਵੀ ਕੰਸੈਪਟ ਨਹੀਂ ਹੁੰਦਾ। ਲੇਕਿਨ ਉੱਥੇ ਮਲਟੀ ਸੈਲੂਲਰ ਦੇ ਵਿੱਚ ਬਹੁਤ ਸਾਰੇ ਸੈੱਲ ਹੁੰਦੇ ਨੇ, ਉੱਥੇ ਅਲੱਗ-ਅਲੱਗ ਕੰਮ ਕਰਨ ਲਈ ਅਲੱਗ-ਅਲੱਗ ਸੈੱਲ ਹੁੰਦੇ ਨੇ, ਉੱਥੇ ਬਿਲੀਅਨਸ ਆਫ ਸੈੱਲ ਜਿਹੜਾ ਕੰਮ ਕਰਦੇ ਨੇ। ਸੋ ਉੱਥੇ ਟਿਸ਼ੂ ਵਾਲਾ ਕੰਸੈਪਟ ਹੁੰਦਾ, ਉੱਥੇ ਟਿਸ਼ੂ ਵਾਲਾ ਕੰਸੈਪਟ ਲੱਗਦਾ। ਸੋ ਆਪਾਂ ਜਦੋਂ ਟਿਸ਼ੂ ਵਾਲੇ ਕੰਸੈਪਟ ਦੀ ਗੱਲ ਕਰ ਰਹੇ ਹਾਂ ਦੈਟ ਮੀਨਸ ਆਪਾਂ ਮਲਟੀ ਸੈਲੂਲਰ ਸਜੀਵ ਦੀ ਗੱਲ ਕਰ ਰਹੇ ਹਾਂ, ਕਿਉਂਕਿ ਟਿਸ਼ੂ ਬਣਾਏਗਾ ਹੀ ਉਹੀ। ਜਿਵੇਂ ਆਪਾਂ ਸੈੱਲ ਵਾਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ, ਆਪਾਂ 2 ਤਰ੍ਹਾਂ ਦੇ ਸੈੱਲ ਪੜ੍ਹੇ ਸੀ, ਇੱਕ ਪਲਾਂਟ ਸੈੱਲ ਪੜ੍ਹਿਆ ਸੀ, ਇੱਕ ਐਨੀਮਲ ਸੈੱਲ ਪੜ੍ਹਿਆ ਸੀ, ਔਰ ਨਾਲ ਹੀ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼, ਉਹਨਾਂ ਦੇ ਵਿੱਚ ਡਿਫਰੈਂਸ ਨੂੰ ਚੰਗੀ ਤਰ੍ਹਾਂ ਸਮਝਿਆ ਸੀ। ਹਾਂਜੀ, ਹੁਣ ਇੱਥੇ ਕੁਐਸਚਨ ਅਰਾਈਜ਼ ਹੁੰਦਾ ਜਿਵੇਂ ਆਪਾਂ ਸੈੱਲ ਦੇ ਵਿੱਚ ਪਲਾਂਟ ਸੈੱਲ ਔਰ ਐਨੀਮਲ ਸੈੱਲ ਪੜ੍ਹੇ ਸੀ, ਤਾਂ ਹੁਣ ਜਿੰਨੇ ਵੀ ਆਪਾਂ ਕਹਿੰਦੇ ਅਲੱਗ-ਅਲੱਗ ਟਿਸ਼ੂ ਹੁੰਦੇ ਨੇ, ਲੇਕਿਨ ਹੁਣ ਗੱਲ ਹੈਗੀ ਕਿ ਇਹ ਸਾਰੇ ਜਿੰਨੇ ਵੀ ਟਿਸ਼ੂ ਹੁੰਦੇ ਆ ਕਿ ਉਹ ਆਪਸ ਦੇ ਵਿੱਚ ਸਿਮਿਲਰ ਹੁੰਦੇ ਆ, ਆਪਸ ਦੇ ਵਿੱਚ ਸੇਮ ਹੁੰਦੇ ਆ, ਇੱਕੋ ਜਿਹੇ ਹੁੰਦੇ ਆ, ਨਹੀਂ। ਜਿਵੇਂ ਆਪਾਂ ਪੜ੍ਹਿਆ ਕਿ ਪਲਾਂਟ ਸੈੱਲ ਪੜ੍ਹਿਆ ਸੀ ਲਾਸਟ ਵੀਡੀਓ ਦੇ ਵਿੱਚ, ਐਨੀਮਲ ਸੈੱਲ ਪੜ੍ਹਿਆ ਸੀ, ਉਹ ਦੋਨੋਂ ਹੀ ਆਪਸ ਦੇ ਵਿੱਚ ਅਲੱਗ-ਅਲੱਗ ਸੀ, ਵਿਭਿੰਨ ਸੀ। ਪਲਾਂਟ ਸੈੱਲ ਅਲੱਗ ਸੀ, ਉਹਦੇ ਵਿੱਚ ਕੁਛ ਚੀਜ਼ਾਂ ਅਲੱਗ ਸੀਗੀਆਂ, ਅਤੇ ਐਨੀਮਲ ਸੈੱਲ ਦੇ ਵਿੱਚ ਕੁਛ ਚੀਜ਼ਾਂ ਅਲੱਗ ਸੀਗੀਆਂ, ਅਤੇ ਉਹ ਜਿਹੜੇ ਨੇ ਉਹ ਉਹਨਾਂ ਦਾ ਕੰਮ ਵੀ ਅਲੱਗ-ਅਲੱਗ ਹੁੰਦਾ। ਪਲਾਂਟ ਸੈੱਲ ਦੇ ਵਿੱਚ ਜੋ ਸੈੱਲ ਹੁੰਦੇ ਉਹਨਾਂ ਦਾ ਕੰਮ ਅਲੱਗ ਹੁੰਦਾ, ਜੋ ਐਨੀਮਲ ਸੈੱਲ ਹੁੰਦੇ ਆ ਉਹਨਾਂ ਦੇ ਵਿੱਚ ਸੈੱਲਾਂ ਦਾ ਕੰਮ ਅਲੱਗ ਹੁੰਦਾ, ਉਹਨਾਂ ਦਾ ਲਾਈਫ ਸਟਾਈਲ ਅਲੱਗ ਹੁੰਦਾ। ਪੌਦੇ ਜਿਹੜੇ ਹੈ ਉਹ ਜਾਨਵਰ ਪੌਦਿਆਂ ਨਾਲੋਂ ਅਲੱਗ ਹੁੰਦੇ ਨੇ, ਉਹਨਾਂ ਦਾ ਸਟਰਕਚਰ ਵੀ ਬਿਲਕੁਲ, ਉਹਨਾਂ ਦਾ ਢਾਂਚਾ ਅੰਤਰ ਜਿਹੜੀ ਹੁੰਦੀ ਹੈ ਉਹ ਅਲੱਗ ਹੁੰਦੀ ਹੈ। ਤੁਸੀਂ ਜਾਨਵਰਾਂ ਦੇ ਵਿੱਚ ਤੁਸੀਂ ਮਨੁੱਖ ਨੂੰ ਲੈ ਲਓ, ਮਨੁੱਖ ਵੀ ਇੱਕ ਐਨੀਮਲ ਦੇ ਵਿੱਚ ਹੀ ਆਉਂਦਾ, ਜਾਂ ਕਿਸੇ ਵੀ ਹੋਰ ਜਾਨਵਰ ਨੂੰ ਸੋਚ ਸਕਦੇ ਹੋ ਕਿ ਉਹ ਪੌਦਿਆਂ ਵਰਗਾ ਦਿਖਾਈ ਦਿੰਦਾ, ਕਿ ਉਹਨਾਂ ਦੇ ਵੀ ਪੱਤੇ ਉੱਗਦੇ ਨੇ, ਨਹੀਂ, ਉਹਨਾਂ ਦਾ ਢਾਂਚਾ, ਉਹਨਾਂ ਦੀ ਬਣਤਰ ਅਲੱਗ ਹੈ, ਉਹਨਾਂ ਦਾ ਕੰਮ ਅਲੱਗ ਹੈ। ਸੋ ਇਸ ਕਰਕੇ ਜਿਹੜੇ ਵੀ ਟਿਸ਼ੂ ਹੁੰਦੇ ਨੇ ਪਲਾਂਟਸ ਦੇ ਵਿੱਚ, ਐਨੀਮਲਸ ਦੇ ਵਿੱਚ, ਹਰ ਇੱਕ ਦੇ ਵਿੱਚ ਜਿਹੜੇ ਟਿਸ਼ੂ ਨੇ ਉਹ ਸਿਮਿਲਰ ਨਹੀਂ ਹੁੰਦੇ, ਉਹ ਡਿਫਰੈਂਟ ਹੁੰਦੇ ਨੇ, ਵਿਭਿੰਨ ਹੁੰਦੇ ਨੇ। ਆਪਾਂ ਇੱਥੇ ਕਰਨ ਵਾਲੇ ਹਾਂ ਜੀ ਪਲਾਂਟ ਟਿਸ਼ੂ ਤੇ ਐਨੀਮਲ ਟਿਸ਼ੂ। ਪਲਾਂਟ ਟਿਸ਼ੂ ਨੂੰ ਅਲੱਗ ਤੋਂ ਪੜਾਂਗੇ ਤੇ ਐਨੀਮਲ ਟਿਸ਼ੂ ਨੂੰ ਆਪਾਂ ਅਲੱਗ ਤੋਂ ਪੜਾਂਗੇ। ਅੱਜ ਆਪਾਂ ਗੱਲ ਕਰਦੇ ਹਾਂ ਜੀ ਪਲਾਂਟ ਟਿਸ਼ੂ ਦੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਪਲਾਂਟ ਟਿਸ਼ੂ ਦੀ ਗੱਲ ਕਰ ਲਈਏ। ਪਹਿਲਾਂ ਹੈ ਜੀ ਪਲਾਂਟ ਟਿਸ਼ੂ ਦੇ ਵਿੱਚ 2 ਤਰ੍ਹਾਂ ਦੇ ਇਹਦੇ ਵਿੱਚ ਅੱਗੇ ਟਿਸ਼ੂ ਆਉਂਦੇ ਨੇ, ਯਾਨੀ ਕਿ 2 ਇਸ ਦੀਆਂ ਮੇਨ ਟਾਈਪਸ ਹੁੰਦੀਆਂ ਨੇ। ਸਭ ਤੋਂ ਪਹਿਲੀ ਹੈ ਮੈਰਿਸਟੇਮੈਟਿਕ ਟਿਸ਼ੂ। ਮੈਂ ਇਸ ਨੂੰ ਜ਼ੂਮ ਕਰ ਦਿੰਦੀ ਹਾਂ ਅਤੇ ਤੁਸੀਂ ਇੱਥੇ ਦੇਖ ਸਕਦੇ ਹੋ ਮੈਰਿਸਟੇਮੈਟਿਕ ਟਿਸ਼ੂ। ਇਹ ਹੈਗਾ ਮੈਰਿਸਟੇਮੈਟਿਕ ਟਿਸ਼ੂ, ਇਸਨੂੰ ਤੁਸੀਂ ਪਹਿਲਾ ਨੰਬਰ ਦੇ ਲਓ। ਇਸੇ ਤਰ੍ਹਾਂ ਇੱਥੇ ਜਿਹੜਾ ਦੂਸਰਾ ਹੈਗਾ ਜੀ, ਦੂਸਰਾ ਆਪਣੇ ਪਾਸ ਆ ਜਾਂਦਾ ਪਰਮਾਨੈਂਟ ਟਿਸ਼ੂ। ਅਤੇ 2 ਜਿਹੜੀਆਂ ਨੇ ਮੇਨ ਟਾਈਪਸ ਹੈਗੀਆਂ ਨੇ, ਮੈਰਿਸਟੇਮੈਟਿਕ ਟਿਸ਼ੂ ਤੇ ਪਰਮਾਨੈਂਟ ਟਿਸ਼ੂ। ਮੈਰਿਸਟੇਮੈਟਿਕ ਟਿਸ਼ੂ ਦੀ ਜਿਹੜੀਆਂ ਨੇ ਅੱਗੇ 3 ਟਾਈਪਸ ਨੇ। ਤੁਸੀਂ ਇਸ ਚਾਰਟ ਨੂੰ ਚਾਹੋ ਤਾਂ ਨੋਟਬੁੱਕ ਤੇ ਨੋਟ ਕਰ ਸਕਦੇ ਹੋ। ਪਹਿਲੀ ਹੈਗੀ ਜੀ ਐਪੀਕਲ ਮੈਰਿਸਟਮ, ਲੇਟਰਲ ਮੈਰਿਸਟਮ, ਇੰਟਰਕੈਲਰੀ ਮੈਰਿਸਟਮ। ਤੇ ਇਹ ਮੈਰਿਸਟੇਮੈਟਿਕ ਦੀਆਂ 3 ਟਾਈਪਸ ਨੇ, ਐਪੀਕਲ, ਲੇਟਰਲ ਤੇ ਇੰਟਰਕੈਲਰੀ। ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ, ਹਰ ਇੱਕ ਚੀਜ਼ ਸਮਝਾਵਾਂਗੇ। ਆਪਾਂ ਮੈਰਿਸਟੇਮੈਟਿਕ ਵੀ ਪੜਾਂਗੇ ਔਰ 3 ਟਾਈਪਸ ਨੂੰ ਵੀ ਡਿਟੇਲ ਦੇ ਵਿੱਚ ਪੜਾਂਗੇ। ਸੋ ਫਿਲਹਾਲ ਤੁਸੀਂ ਸਿਰਫ ਇਹਨਾਂ ਦੇ ਨੇਮ ਨੋਟ ਕਰ ਲਓ। ਮੈਰਿਸਟੇਮੈਟਿਕ ਦੇ ਅੱਗੇ 3 ਟਾਈਪਸ ਹੈ, ਐਪੀਕਲ, ਲੇਟਰਲ ਤੇ ਇੰਟਰਕੈਲਰੀ। ਉਸੀ ਤਰ੍ਹਾਂ ਪਰਮਾਨੈਂਟ ਟਿਸ਼ੂ ਦੀਆਂ ਅੱਗੇ 2 ਟਾਈਪਸ ਨੇ, ਸਿੰਪਲ ਤੇ ਕੰਪਲੈਕਸ। ਦੀਆਂ 3 ਸੀ ਮੈਰਿਸਟੇਮੈਟਿਕ ਦੀਆਂ, ਪਰਮਾਨੈਂਟ ਦੀਆਂ 2 ਨੇ, ਸਿੰਪਲ ਤੇ ਕੰਪਲੈਕਸ। ਸਿੰਪਲ ਨੂੰ ਵੀ ਅਸੀਂ ਅੱਗੇ ਵੰਡਿਆ ਹੋਇਆ ਜੀ। ਸਿੰਪਲ ਦੀਆਂ ਅੱਗੇ 3 ਟਾਈਪਸ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ, ਪੈਰਨਕਾਈਮਾ, ਕੋਲਨਕਾਈਮਾ, ਇਹ ਰਿਹਾ ਜੀ ਪੈਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ। ਔਰ ਇਸੇ ਤਰ੍ਹਾਂ ਇਹ ਹੈਗੀਆਂ ਜੀ ਸਿੰਪਲ ਦੀਆਂ ਟਾਈਪਸ। ਇਸੇ ਤਰ੍ਹਾਂ ਕੰਪਲੈਕਸ ਦੀ ਵੀ ਅੱਗੇ 2 ਟਾਈਪਸ ਹੈਗੀਆਂ ਨੇ, ਜ਼ਾਇਲਮ ਤੇ ਫਲੋਇਮ। ਜਿਵੇਂ ਉਸਦੀਆਂ ਸਿੰਪਲ ਦੀਆਂ ਅੱਗੇ 3 ਨੇ, ਪੈਰਨ, ਕੋਲਨ ਤੇ ਸਕਲੈਰਨਕਾਈਮਾ, ਉਸੇ ਤਰ੍ਹਾਂ ਕੰਪਲੈਕਸ ਦੀਆਂ 2 ਨੇ, ਜ਼ਾਇਲਮ ਤੇ ਫਲੋਇਮ। ਇਹਨਾਂ ਸਾਰਿਆਂ ਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਮੈਰਿਸਟੇਮੈਟਿਕ ਟਿਸ਼ੂ ਦੀ। ਮੈਰਿਸਟੇਮੈਟਿਕ ਟਿਸ਼ੂ ਦੇ ਵਿੱਚ ਜੋ ਵਰਡ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ, ਇਹ ਵਰਡ ਜਿਹੜਾ ਉਹ ਗਰੀਕ ਭਾਸ਼ਾ ਤੋਂ ਆਇਆ।
ਇਹ ਜਿਹੜਾ ਸ਼ਬਦ ਹੈ, ਇਹ ਸ਼ਬਦ ਜਿਹੜਾ ਗ੍ਰੀਕ ਭਾਸ਼ਾ ਤੋਂ ਆਇਆ, ਜਿਸ ਦਾ ਅਰਥ ਹੁੰਦਾ ਹੈ ਡਿਵਾਈਡ। ਤਾਂ ਮਤਲਬ ਪਲਾਂਟ ਟਿਸ਼ੂ ਦੇ ਵਿੱਚ ਉਹ ਸੈੱਲ ਜਾਂ ਉਹ ਟਿਸ਼ੂ ਜਿਹੜੇ ਕਿ ਡਿਵਾਈਡ ਹੁੰਦੇ ਨੇ, ਡਿਵਾਈਡ ਹੋ ਕੇ ਵੱਧਦੇ ਰਹਿੰਦੇ ਨੇ, ਗਰੋਥ ਹੁੰਦੀ ਹੈ। ਜਿੰਨਾ ਡਿਵਾਈਡ ਹੋਣਗੇ ਉਨੀ ਜ਼ਿਆਦਾ ਪੌਦੇ 'ਚ ਗਰੋਥ ਹੋਏਗੀ। ਸੋ ਉਸਨੂੰ ਅਸੀਂ ਕਹਿੰਦੇ ਹਾਂ ਜੀ ਮੈਰਿਸਟੇਮੈਟਿਕ ਟਿਸ਼ੂ, ਯਾਨੀ ਕਿ ਇੱਕ ਐਸੇ ਸੈੱਲਾਂ ਤੋਂ ਬਣੀ ਜਿਹੜੇ ਸੈੱਲ ਡਿਵਾਈਡ ਹੁੰਦੇ ਨੇ ਤੇ ਡਿਵਾਈਡ ਹੋ ਕੇ ਹੋਰ ਜ਼ਿਆਦਾ ਗਰੋ ਕਰਦੇ ਜਾਂਦੇ ਨੇ। ਔਰ ਇਹ ਸ਼ਬਦ ਜਿਹੜਾ ਮੈਰਿਸਟੇ ਤੋਂ ਆਇਆ, ਇਹ ਇੱਕ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਤੁਸੀਂ ਨਾਲ ਨੋਟਸ ਜਿਹੜੇ ਬਣਾ ਲਓ। ਗ੍ਰੀਕ ਭਾਸ਼ਾ ਦਾ ਇਹ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਡਿਵਾਈਡ। ਇਹ ਉਹ ਟਿਸ਼ੂ ਨੇ ਜੋ ਡਿਵਾਈਡ ਹੁੰਦੇ ਨੇ, ਮਤਲਬ ਇਹ ਉਹ ਟਿਸ਼ੂ ਦੇ ਵਿੱਚ ਉਹ ਸੈੱਲ ਹੁੰਦੇ ਨੇ, ਉਹਨਾਂ ਸੈੱਲਾਂ ਦਾ ਇਕੱਠ ਹੁੰਦਾ ਜਿਨ੍ਹਾਂ ਦੇ ਵਿੱਚ ਡਿਵਾਈਡ ਹੋਣ ਦੀ ਐਬਿਲਿਟੀ ਹੁੰਦੀ ਹੈ। ਪੌਦੇ ਦੇ ਵਿੱਚ ਕੁਝ ਸਰਟਨ ਰੀਜ਼ਨ ਦੇ ਵਿੱਚ ਹੁੰਦੇ ਨੇ, ਕੁਝ ਇੱਕ ਐਸੇ ਸਪੈਸੀਫਿਕ ਏਰੀਆ ਦੇ ਵਿੱਚ ਹੁੰਦੇ ਨੇ ਕਿ ਹਰ ਇੱਕ ਜਗ੍ਹਾ ਤੇ ਨਹੀਂ ਪਾਏ ਜਾਂਦੇ। ਪੌਦਿਆਂ ਦੇ ਵਿੱਚ ਕੁਝ ਏਰੀਆ ਦੇ ਵਿੱਚ ਇਹ ਪਾਏ ਜਾਂਦੇ ਨੇ। ਮੈਂ ਤੁਹਾਨੂੰ ਦੱਸਾਂਗੀ ਕਿਹੜੇ ਏਰੀਆ ਦੇ ਵਿੱਚ ਪਾਏ ਜਾਂਦੇ ਨੇ, ਤੇ ਉੱਥੇ ਡਿਵਾਈਡ ਹੋ ਕੇ ਉਸ ਏਰੀਆ ਨੂੰ ਉਸ ਪੌਦੇ ਦਾ ਉਹ ਭਾਗ ਜਿਹੜਾ ਫਿਰ ਉੱਥੇ ਗਰੋ ਕਰੀ ਜਾਂਦਾ ਹੈ, ਕਿਉਂਕਿ ਉਹ ਬਾਰ-ਬਾਰ ਡਿਵਾਈਡ ਹੋ ਕੇ ਵੱਧਦੇ ਜਾਂਦੇ ਨੇ। ਪੌਦੇ ਦੀ ਜਿਹੜੀ ਗਰੋਥ ਹੁੰਦੀ ਹੈ ਜੀ, ਦੋ ਤਰੀਕੇ ਦੀ ਹੁੰਦੀ ਹੈ। ਇੱਕ ਪ੍ਰਾਇਮਰੀ ਗਰੋਥ ਹੁੰਦੀ ਹੈ, ਇੱਕ ਸੈਕੰਡਰੀ ਗਰੋਥ ਹੁੰਦੀ ਹੈ। ਤੁਸੀਂ ਨੋਟ ਕਰ ਲਓ, ਅਗਰ ਤੁਸੀਂ ਨਾਲ ਪੈਨ ਔਰ ਨੋਟਬੁੱਕ ਰੱਖੋਗੇ, ਨਾਲ ਨੋਟ ਕਰਦੇ ਜਾਓਗੇ ਤਾਂ ਬਹੁਤ ਧਿਆਨ ਨਾਲ ਸੁਣੋਗੇ, ਤੇ ਸੁਣ ਕੇ ਅਗਰ ਨਾਲ ਨੋਟ ਕਰਦੇ ਜਾਓਗੇ ਤਾਂ ਫਿਰ ਦਿਮਾਗ ਦੇ ਵਿੱਚ ਰਹੇਗੀ ਗੱਲ। ਅਦਰਵਾਈਜ਼ ਪੈਸਿਵ ਹੋ ਕੇ ਜਦ ਬੰਦਾ ਕਹਾਂ ਹੁੰਦਾ ਕੋਈ ਗੱਲ, ਤਾਂ ਉਹ ਫਿਰ ਜਿਹੜੀ ਦਿਮਾਗ ਦੇ ਵਿੱਚ ਨਹੀਂ ਰਹਿੰਦੀ। ਸੋ ਨਾਲ ਤੁਸੀਂ ਨੋਟ ਕਰਦੇ ਰਹੋ। ਗਰੋਥ ਜਿਹੜੀ ਹੈ ਪੌਦੇ ਦੀ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਾਇਮਰੀ ਤੇ ਸੈਕੰਡਰੀ ਗਰੋਥ ਹੁੰਦੀ ਹੈ। ਜਿੱਥੇ ਸੈੱਲ ਹੁੰਦੇ ਨੇ, ਮੰਨ ਲਓ ਆਹ ਜਿਹੜਾ ਪੌਦੇ ਦਾ ਕੋਈ ਇੱਕ ਰੀਜਨ ਹੈ, ਤੇ ਇਹਦੇ ਵਿੱਚ ਜਿਹੜੇ ਆ ਉਹ ਸੈੱਲ ਹੈਗੇ ਆ, ਤੇ ਜਿਹੜਾ ਇਹ ਰੀਜਨ ਹੈ, ਇਹ ਭਾਗ ਹੈ ਪੌਦੇ ਦਾ, ਇਸਨੂੰ ਅਸੀਂ ਕਹਿੰਦੇ ਆ ਜੀ ਮੈਰਿਸਟੈਮਸ। ਹਾਂਜੀ, ਇਸਨੂੰ ਅਸੀਂ ਕਹਿੰਦੇ ਆ ਮੈਰਿਸਟੈਮਸ। ਤੇ ਇਹਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ, ਤੇ ਮੰਨ ਲਓ ਇਹਦੇ ਵਿੱਚ ਆਹ ਸਾਰੇ ਜਿਹੜੇ ਆ ਇਹ ਸੈੱਲ ਹੈਗੇ ਨੇ, ਇਹ ਡਿਵਾਈਡ ਹੋਣ ਦੀ ਜਿਹੜੀ ਹੈ ਉਹ ਕੈਪੇਬਿਲਿਟੀ ਰੱਖਦੇ ਨੇ। ਤਾਂ ਤੁਹਾਨੂੰ ਸਮਝ ਆ ਗਿਆ, ਇਹ ਪੌਦੇ ਦਾ ਉਹ ਭਾਗ ਹੈ ਜਿਸਨੂੰ, ਜਾਂ ਕਹਿ ਲਓ ਉਹ ਘਰ ਹੈ ਜਿੱਥੇ ਇਹ ਸਾਰੇ ਸੈੱਲ ਹੁੰਦੇ ਨੇ। ਇਹ ਸਾਰੇ ਸੈੱਲ, ਇਸ ਘਰ ਨੂੰ, ਇਸ ਹਾਊਸ ਨੂੰ, ਇਸ ਭਾਗ ਨੂੰ ਅਸੀਂ ਮੈਰਿਸਟੈਮ ਕਹਿੰਦੇ ਹਾਂ। ਤੇ ਇਸ ਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ, ਉਹਨਾਂ ਦੇ ਇਕੱਠ ਨੂੰ ਆਪਾਂ ਮੈਰਿਸਟੇਮੈਟਿਕ ਟਿਸ਼ੂ ਕਹਿੰਦੇ ਹਾਂ। ਜਿਹੜੇ ਸੈੱਲ ਹੁੰਦੇ ਨੇ ਡਿਵਾਈਡ ਹੋਣ ਦੀ ਕੈਪੇਬਿਲਿਟੀ ਰੱਖਦੇ ਨੇ, ਡਿਵਾਈਡ ਹੋ ਕੇ ਹੋਰ ਜ਼ਿਆਦਾ ਗਰੋ ਕਰੀ ਜਾਂਦੇ ਨੇ, ਵੱਧਦੇ ਜਾਂਦੇ ਨੇ। ਤੇ ਇਹਨਾਂ ਦੇ ਵਿੱਚੋਂ ਮੰਨ ਲਓ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵਾਲੇ ਸਾਰੇ ਸੈੱਲ ਨੇ, ਇਹਦੇ ਵਿੱਚੋਂ ਜਦੋਂ ਇਹ ਡਿਵਾਈਡ ਹੋਣਗੇ, ਹੋਰ ਜ਼ਿਆਦਾ ਗਰੋ ਕਰਨਗੇ, ਤਾਂ ਕੁਝ ਸੈੱਲ ਤਾਂ ਇਸ ਘਰ ਦੇ ਅੰਦਰ ਹੀ ਰਹਿ ਜਾਂਦੇ ਨੇ, ਲੇਕਿਨ ਕੁਝ ਸੈੱਲ ਜਿਹੜੇ ਆ ਇਹਦੇ ਵਿੱਚੋਂ ਬਾਹਰ ਵੱਲ ਨੂੰ ਧੱਕ ਦਿੱਤੇ ਜਾਂਦੇ ਨੇ, ਤਾਂ ਉਹ ਇਸ ਭਾਗ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ। ਸੋ ਜਿਹੜੇ ਬਾਹਰ ਨਿਕਲ ਜਾਂਦੇ ਨੇ, ਉਹ ਆਪਣੇ ਵਧਣ ਦੀ, ਡਿਵਾਈਡ ਕਰਨ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਖੋ ਦਿੰਦੇ ਨੇ। ਲੇਕਿਨ ਜਿਹੜਾ ਇਸ ਭਾਗ ਦੇ ਅੰਦਰ ਰਹਿੰਦੇ ਨੇ, ਉਹ ਹੋਰ ਜ਼ਿਆਦਾ ਡਿਵਾਈਡ ਹੁੰਦੇ ਜਾਂਦੇ ਨੇ, ਤੇ ਹੋਰ ਜ਼ਿਆਦਾ ਜਿਹੜਾ ਗਰੋ ਕਰਦੇ ਰਹਿੰਦੇ ਨੇ। ਤੇ ਜੇ ਤੁਹਾਨੂੰ ਕਲੀਅਰ ਹੋ ਗਈ, ਮੈਰਿਸਟੇਮੈਟਿਕ ਟਿਸ਼ੂ ਕਿਹੜੇ ਹੁੰਦੇ ਨੇ, ਜਿਹੜੀ ਡਿਵਾਈਡ ਹੋਣ ਦੀ ਕੈਪੇਬਿਲਿਟੀ ਰੱਖਦੇ ਨੇ, ਡਿਵਾਈਡ ਹੋਈ ਜਾਂਦੇ ਆ, ਗਰੋ ਕਰੀ ਜਾਂਦੇ ਆ। ਲੇਕਿਨ ਇਹ ਜਦੋਂ ਗਰੋ ਕਰਦੇ ਆ, ਕੁਝ ਇਸ ਭਾਗ ਦੇ ਵਿੱਚੋਂ ਦੀ ਕੁਝ ਸੈੱਲ ਜਿਹੜੇ ਆ ਉਹ ਬਾਹਰ ਵੱਲ ਨੂੰ ਧੱਕ ਦਿੱਤੇ ਜਾਂਦੇ ਆ, ਇੱਥੋਂ ਨਿਕਲ ਜਾਂਦੇ ਨੇ, ਤੇ ਕੁਝ ਇਸ ਭਾਗ ਦੇ ਅੰਦਰ ਹੀ ਰਹਿ ਜਾਂਦੇ ਨੇ। ਜੋ ਅੰਦਰ ਰਹਿੰਦੇ ਨੇ ਉਹ ਤਾਂ ਡਿਵਾਈਡ ਹੁੰਦੇ ਜਾਂਦੇ ਨੇ, ਲੇਕਿਨ ਜੋ ਬਾਹਰ ਨਿਕਲ ਜਾਂਦੇ ਨੇ ਉਹ ਆਪਣੀ ਡਿਵਾਈਡ ਹੋਣ ਦੀ ਕੈਪੇਬਿਲਿਟੀ ਖੋ ਦਿੰਦੇ ਨੇ, ਤੇ ਉਹ ਬਾਰ-ਬਾਰ ਫਿਰ ਅੱਗੇ ਡਿਵਾਈਡ ਨਹੀਂ ਹੁੰਦੇ। ਹੁਣ ਇਸ ਤੋਂ ਬਾਅਦ ਜਿਹੜੇ ਬਾਹਰ ਤੱਕ ਦਿੱਤੇ ਜਾਂਦੇ ਆ, ਉਹਨਾਂ ਦਾ ਇੱਕ ਨਾਮ ਹੈਗਾ ਜੀ, ਉਹਨਾਂ ਨੂੰ ਕਹਿੰਦੇ ਨੇ ਡੈਰੀਵੇਟਿਵਸ। ਇਹਨਾਂ ਨੂੰ ਅਸੀਂ ਕਹਾਂਗੇ ਡੈਰੀਵੇਟਿਵਸ। ਨੂੰ ਕਾਪੀ ਤੇ ਨੋਟ ਕਰਦੇ ਜਾਓ। ਇਹ ਡੈਰੀਵੇਟਿਵਸ ਜਿਹੜੇ ਆ ਹੌਲੀ ਹੌਲੀ ਚੇਂਜ ਹੋ ਕੇ ਬਾਅਦ ਦੇ ਵਿੱਚ ਇਹ ਕੀ ਬਣ ਜਾਂਦੇ ਆ, ਪਰਮਾਨੈਂਟ ਟਿਸ਼ੂ ਬਣ ਜਾਂਦੇ ਆ। ਪਰਮਾਨੈਂਟ ਦਾ ਮਤਲਬ ਜੋ ਫਿਕਸ ਹੋ ਚੁੱਕਿਆ, ਜੋ ਹੁਣ ਅੱਗੇ ਡਿਵਾਈਡ ਨਹੀਂ ਹੋਏਗਾ, ਅੱਗੇ ਗਰੋ ਨਹੀਂ ਕਰੇਗਾ, ਅੱਗੇ ਵਧੇਗਾ ਨਹੀਂ। ਸੋ ਇਹ ਪਰਮਾਨੈਂਟ ਬਣ ਜਾਂਦੇ ਨੇ। ਜੋ ਇਸੇ ਭਾਗ ਦੇ ਅੰਦਰ ਰਹਿਣਗੇ ਸੈੱਲ, ਉਹ ਵਧੀ ਜਾਣਗੇ, ਡਿਵਾਈਡ ਹੋਈ ਜਾਣਗੇ, ਨਵੇਂ ਸੈੱਲ ਬਣਦੇ ਜਾਣਗੇ, ਉਹ ਪਰਮਾਨੈਂਟ ਨਹੀਂ ਹੁੰਦੇ, ਉਹ ਮੈਰਿਸਟੇਮੈਟਿਕ ਬਣ ਜਾਂਦੇ ਨੇ। ਜੋ ਬਾਹਰ ਨਿਕਲ ਜਾਂਦੇ ਨੇ ਉਹ ਪਰਮਾਨੈਂਟ ਬਣ ਜਾਂਦੇ ਨੇ। ਸੋ ਆਈ ਥਿੰਕ ਤੁਹਾਨੂੰ ਹੁਣ ਕਲੀਅਰ ਹੋ ਗਿਆ ਹੋਵੇਗਾ। ਪਲਾਂਟ ਟਿਸ਼ੂ ਦੀ ਆਪਾਂ ਦੋ ਹੀ ਟਾਈਪਸ ਪੜ੍ਹੀਆਂ ਸੀਗੀਆਂ, ਕਿਹੜੀਆਂ, ਇੱਕ ਮੈਰਿਸਟੇਮੈਟਿਕ ਤੇ ਇੱਕ ਪਰਮਾਨੈਂਟ। ਕਿਸ ਤਰ੍ਹਾਂ ਮੈਰਿਸਟੇਮੈਟਿਕ ਟਿਸ਼ੂ ਪਰਮਾਨੈਂਟ ਬਣਦਾ, ਉਹ ਜਦੋਂ ਆਪਣੇ ਰੀਜਨ ਚੋਂ, ਆਪਣੇ ਭਾਗ ਚੋਂ ਬਾਹਰ ਨਿਕਲ ਜਾਂਦਾ, ਜਿਸਨੂੰ ਅਸੀਂ ਡੈਰੀਵੇਟਿਵ ਕਹਿੰਦੇ ਹਾਂ। ਉਹ ਬਾਈ ਟਾਈਮ ਹੌਲੀ ਹੌਲੀ ਜਿਹੜਾ ਪਰਮਾਨੈਂਟ ਟਿਸ਼ੂ ਬਣ ਜਾਂਦਾ, ਆਪਣੀ ਜਿਹੜੀ ਗਰੋ ਕਰਨ ਦੀ, ਡਿਵਾਈਡ ਕਰਨ ਦੀ ਕੈਪੇਬਿਲਿਟੀ ਆ ਪੂਰੀ ਤਰ੍ਹਾਂ ਖੋ ਦਿੰਦਾ। ਤੇ ਇਹ ਤੁਹਾਨੂੰ ਮੈਰਿਸਟੇਮੈਟਿਕ ਔਰ ਪਰਮਾਨੈਂਟ ਟਿਸ਼ੂ ਆਈ ਥਿੰਕ ਕਲੀਅਰ ਹੋ ਗਿਆ ਹੋਵੇਗਾ। ਹੁਣ ਆਪਾਂ ਗੱਲ ਕੀਤੀ ਸੀ ਜੀ, ਇੱਕ ਪੌਦੇ ਦੀ ਜਿਹੜੀ ਗਰੋਥ ਹੈ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਪ੍ਰਾਇਮਰੀ ਗਰੋਥ ਹੁੰਦੀ ਹੈ, ਇੱਕ ਸੈਕੰਡਰੀ ਗਰੋਥ ਹੁੰਦੀ ਹੈ। ਪੌਦੇ ਦੀ ਜਿਹੜੀ ਵਾਧਾ ਹੈ, ਗਰੋਥ ਹੈ, ਉਹ ਇਸ ਤਰ੍ਹਾਂ ਹੁੰਦੀ ਹੈ, ਉਸਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਗਰੋਥ। ਲੇਕਿਨ ਜਿਹੜੀ ਪੌਦੇ ਦੀ ਜਿਹੜਾ ਵਾਧਾ ਇਸ ਤਰ੍ਹਾਂ ਹੁੰਦਾ, ਹੋਰੀਜੈਂਟਲੀ ਹੁੰਦਾ, ਥਿਕਨੈਸ ਦੇ ਵਿੱਚ ਉਹਦਾ ਜਿਹੜਾ ਵਾਧਾ ਹੁੰਦਾ, ਉਸਨੂੰ ਇਸ ਤਰ੍ਹਾਂ ਜਿਹੜੇ ਉਹਦੇ ਥਿਕਨੈਸ ਦੇ ਵਿੱਚ ਵਾਧਾ ਹੁੰਦਾ, ਉਸਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਗਰੋਥ। ਉਹਦਾ ਤਣਾ ਜਿਹੜਾ ਮੋਟਾ ਹੁੰਦਾ ਜਾਂਦਾ, ਤਣੇ ਦੇ ਵਿੱਚ ਜਿਹੜੀ ਉਹਦੀ ਗਰੋਥ ਹੁੰਦੀ ਹੈ, ਮੋਟਾਈ ਦੇ ਵਿੱਚ ਜੋ ਗਰੋਥ ਹੁੰਦੀ ਹੈ, ਉਸਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਗਰੋਥ। ਤੇ ਜਿਹੜੀ ਉਹਦੀ ਲੰਬਾਈ ਦੇ ਵਿੱਚ ਜੋ ਵਾਧਾ ਹੁੰਦਾ, ਉਸਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਗਰੋਥ। ਹੁਣ ਆਪਾਂ ਮੈਰਿਸਟੇਮੈਟਿਕ ਟਿਸ਼ੂ ਦੀ ਜਿਹੜੀ ਟਾਈਪਸ ਆ ਉਹ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਐਪੀਕਲ ਮੈਰਿਸਟੈਮ। ਐਪੀਕਲ ਮੈਰਿਸਟੈਮ ਜਿਹੜਾ ਹੁੰਦਾ ਜੀ, ਉਹ ਹੁੰਦਾ ਇਹਨਾਂ ਦੀ ਟਿਪਸ ਤੇ। ਇੱਥੇ ਜੋ ਤੁਸੀਂ ਦੇਖ ਸਕਦੇ ਹੋ, ਪੌਦੇ ਦੀ ਜੋ ਬਿਲਕੁਲ ਟਿਪ ਤੇ ਹੁੰਦਾ, ਉਸਨੂੰ ਅਸੀਂ ਕਹਿੰਦੇ ਹਾਂ ਜੀ ਐਪੀਕਲ ਮੈਰਿਸਟੈਮ। ਬਿਲਕੁਲ ਸਿਖਰ ਤੇ ਪੌਦੇ ਦੀ ਜੜ ਤੇ ਹੁੰਦਾ। ਇਹ ਜੋ ਹੈ ਮੋਟਾਈ ਨੂੰ ਸ਼ੋ ਕਰ ਰਿਹਾ, ਇਹ ਨਾ ਸੋਚੋ ਕਿ ਐਂਡ ਤੇ ਲਗਾਇਆ ਹੋਇਆ ਇਹ ਪੌਦੇ ਦੀ, ਜੇ ਅਗਰ ਆਪਣੇ ਪਾਸ ਇਹ ਪੌਦਾ ਹੈਗਾ ਇਸ ਤਰ੍ਹਾਂ, ਇਹ ਉਹਦਾ ਤਣਾ ਹੈ, ਇਹ ਉਸਦੀਆਂ ਜੜ੍ਹਾਂ ਹਨ, ਤਾਂ ਉਸਦੀ ਜੜ੍ਹਾਂ ਦੇ ਟਿਪ ਤੇ ਜਿਹੜਾ ਹੈ
ਤੇ ਇੱਥੇ ਤਣੇ ਦੇ ਬਿਲਕੁਲ ਟਿਪ ਤੇ ਬਿਲਕੁਲ ਪੁਆਇੰਟ ਤੇ ਜਿਹੜਾ ਹੈ ਇਹ ਐਪੀਕਲ ਮੈਰਿਸਟੈਮ ਪਾਇਆ ਜਾਂਦਾ ਹੈ। ਬਿਲਕੁਲ ਇਹ ਸਿਖਰ ਤੇ ਪਾਇਆ ਜਾਂਦਾ ਹੈ, ਪੌਦੇ ਦੇ ਉੱਪਰਲੇ ਸਿਖਰ ਤੇ ਪੌਦੇ ਦੇ ਸਭ ਤੋਂ ਨੀਚੇ ਵਾਲੇ ਸਿਖਰ ਤੇ। ਤਾਂ ਸਿਖਰਾਂ ਤੇ ਜਿਹੜਾ ਇਹ ਟਿਸ਼ੂ ਪਾਇਆ ਜਾਂਦਾ ਉਸ ਨੂੰ ਅਸੀਂ ਕਹਿੰਦੇ ਹਾਂ ਐਪੀਕਲ ਮੈਰਿਸਟੈਮ। ਰੂਟ ਤੇ ਯਾਨੀ ਕਿ ਜੜਾਂ ਦੇ ਟਿਪ ਤੇ ਸਟੈਮ ਦੀ ਟਿਪ ਤੇ ਯਾਨੀ ਕਿ ਤਣੇ ਦੀ ਤੇ ਜੜ ਦੀ ਟਿਪ ਤੇ ਜਿਹੜਾ ਟਿਸ਼ੂ ਪਾਇਆ ਜਾਂਦਾ ਉਸ ਨੂੰ ਅਸੀਂ ਕਹਿੰਦੇ ਹਾਂ ਐਪੀਕਲ ਮੈਰਿਸਟੈਮ। ਇਹ ਕਰਦਾ ਕੀ ਹੈ, ਜਿਵੇਂ ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹ ਟਿਪ ਤੇ ਪਾਇਆ ਜਾਂਦਾ ਤਾਂ ਉੱਪਰੋਂ ਇਹ ਇੱਥੋਂ ਤਣੇ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰਦਾ ਹੈ ਤੇ ਨੀਚੇ ਇਹ ਜੜਾਂ ਨੂੰ ਲੰਬਾਈ ਦੇ ਵਿੱਚ ਵਧਾਉਂਦਾ ਹੈ। ਤਾਂ ਇੱਕ ਤਰੀਕੇ ਨਾਲ ਲੰਬਾਈ ਵਧਾਉਂਦਾ ਇਹਦੀ, ਉੱਪਰੋਂ ਤਣੇ ਨੂੰ ਵਧਾਉਂਦਾ, ਨੀਚੋਂ ਜੜਾਂ ਨੂੰ ਲੰਬੀਆਂ ਕਰਦਾ, ਓਵਰਆਲ ਜਿਹੜੀ ਇਹ ਤਣੇ ਦੀ ਲੰਬਾਈ ਨੂੰ ਇਨਕਰੀਜ਼ ਕਰਦਾ। ਕਿਵੇਂ ਇਨਕਰੀਜ਼ ਕਰਦਾ? ਜਿਵੇਂ ਤੁਹਾਨੂੰ ਪਤਾ ਹੈ ਜੀ ਮੈਰਿਸਟੇਮੈਟਿਕ ਟਿਸ਼ੂ ਹੈ, ਇਹ ਡਿਵਾਈਡ ਹੋਈ ਜਾਂਦਾ ਹੈ, ਡਿਵਾਈਡ ਹੋ ਕੇ ਤੇ ਨੰਬਰ ਆਫ ਸੈਲਸ ਜਿਹੜੇ ਇਨਕਰੀਜ਼ ਹੋਈ ਜਾਂਦੇ ਆ। ਮੰਨ ਲਓ ਸਭ ਤੋਂ ਪਹਿਲਾਂ ਇੱਥੇ 2 ਸੈੱਲ ਸੀ, ਡਿਵਾਈਡ ਹੋ ਕੇ ਇਹ 4 ਸੈੱਲ ਬਣ ਗਏ ਤੇ ਇਸ ਤਰ੍ਹਾਂ ਜਿਹੜੀ ਇਹਦੀ ਨੰਬਰ ਆਫ ਸੈੱਲ ਦੀ ਜਿਹੜੀ ਸੰਖਿਆ ਹੈਗੀ ਆ ਉਹ ਵੱਧਦੀ ਜਾਂਦੀ ਹੈ। ਸੈੱਲ ਡਿਵਾਈਡ ਕਿਵੇਂ ਹੁੰਦਾ? ਇੱਕ ਸੈੱਲ ਤੋਂ ਨਵੇਂ 2 ਸੈੱਲ ਕਿਵੇਂ ਬਣਦੇ ਨੇ? ਸੈੱਲ ਡਿਵੀਜ਼ਨ ਜਿਸ ਨੂੰ ਅਸੀਂ ਕਹਿੰਦੇ ਹਾਂ ਜਾਂ ਸੈੱਲ ਵਿਭਾਜਨ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਆਪਾਂ ਲਾਸਟ ਲੈਕਚਰ ਨੰਬਰ 3 ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਸੈੱਲ ਦੇ ਵਿੱਚ। ਉਹ ਜਗ੍ਹਾ ਤੁਹਾਨੂੰ ਸੈੱਲ ਵਿਭਾਜਨ ਨਹੀਂ ਪੜਿਆ ਹੋਇਆ ਤਾਂ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਸੈੱਲ ਵਿਭਾਜਿਤ ਹੁੰਦਾ ਜਾਂਦਾ ਤੇ ਹੋਰ ਜ਼ਿਆਦਾ ਵੱਧਦਾ ਜਾਂਦਾ। ਸੋ ਇੱਥੇ ਐਪੀਕਲ ਮੈਰਿਸਟੇਮੈਟਿਕ ਜਿਹੜਾ ਟਿਸ਼ੂ ਹੈਗਾ ਉਹ ਸਿਖਰ ਤੇ ਪਾਇਆ ਜਾਂਦਾ, ਤਣੇ ਦੀ ਤੇ ਜੜ ਦੀ ਸਿਖਰ ਤੇ ਪਾਇਆ ਜਾਂਦਾ, ਜਿੱਥੇ ਉਹ ਡਿਵਾਈਡ ਹੁੰਦਾ, ਵੱਧਦਾ ਜਾਂਦਾ, ਨੰਬਰ ਆਫ ਸੈਲਸ ਇਨਕਰੀਜ਼ ਹੋ ਜਾਂਦੇ ਆ, ਉਹਦੀ ਲੰਬਾਈ ਜਿਹੜੀ ਉਹ ਵੱਧ ਜਾਂਦੀ ਹੈ। ਇਹ ਹੋ ਗਿਆ ਜੀ ਸਭ ਤੋਂ ਪਹਿਲੀ ਟਾਈਪ ਐਪੀਕਲ ਮੈਰਿਸਟੇਮੈਟਿਕ। ਦੂਸਰਾ ਆ ਜਾਂਦਾ ਇਹਦੇ ਵਿੱਚ ਇੰਟਰਕੈਲਰੀ ਮੈਰਿਸਟੈਮ। ਇੰਟਰਕੈਲਰੀ ਮੈਰਿਸਟੈਮ ਜਿਹੜੀ ਇਹ ਹੈਗੀ ਜੀ, ਇਹ ਪੌਦੇ ਦੀ ਜਾਂ ਤਣੇ ਦੀ ਜਿਹੜੀ ਨੋਡਸ ਦੇ ਵਿੱਚ ਪਾਇਆ ਜਾਂਦਾ ਹੈ। ਪੱਤਿਆਂ ਦੇ ਬੇਸ ਤੇ ਦੇਖੋ, ਅਗਰ ਇੱਥੇ ਪੱਤਾ ਜਿਹੜਾ ਲੱਗਿਆ ਹੋਇਆ ਇਸ ਤਰ੍ਹਾਂ, ਉਹਦੀ ਆਹ ਵਾਲੀ ਜਿਹੜੀ ਇਹਦਾ ਪੱਤਾ ਲੱਗਿਆ ਹੋਇਆ, ਤਾਂ ਇਹਦੇ ਜਿਹੜੇ ਬੇਸ ਤੇ ਇੱਥੇ ਜਿਹੜਾ ਹੈ ਉਹ ਇੰਟਰਕੈਲਰੀ ਮੈਰਿਸਟੈਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੰਟਰਨੋਡਸ ਦੇ ਵਿੱਚ ਪਾਇਆ ਜਾਂਦਾ। ਜਿਹੜੀ ਨੋਡਸ ਹੁੰਦੀਆਂ ਨੇ ਤਣੇ ਦੇ ਵਿੱਚ, ਪੌਦੇ ਦੇ ਵਿੱਚ ਜੋ ਗੰਢਾਂ ਹੁੰਦੀਆਂ ਨੇ ਇੱਥੇ, ਉਸ ਤਰ੍ਹਾਂ ਜਿਹੜਾ ਤੁਸੀਂ ਇੱਥੇ ਦੇਖ ਸਕਦੇ ਹੋ, ਆਹ ਜਿਹੜੀ ਨੋਡਸ ਨੇ ਇਸ ਤਰ੍ਹਾਂ ਦੀ ਨੋਡਸ, ਇੱਥੇ ਜਿਹੜਾ ਹੈ ਉਹ ਇੰਟਰਕੈਲਰੀ ਮੈਰਿਸਟੈਮ ਪਾਇਆ ਜਾਂਦਾ ਹੈ। ਜਿੱਥੋਂ ਦੀ ਇੱਕ ਨਵੀਂ ਟਾਹਣੀ ਜਿਹੜੀ ਹੈ ਨਿਕਲਦੀ ਹੈ, ਉੱਥੇ ਜਿਹੜਾ ਇਹ ਇੰਟਰਕੈਲਰੀ ਮੈਰਿਸਟੈਮ ਜਿਹੜੀ ਦੂਸਰੀ ਟਾਈਪ ਹੈ ਉਹ ਇੱਥੇ ਪਾਈ ਜਾਂਦੀ ਹੈ। ਇਹ ਕਿਸ ਚੀਜ਼ ਦੇ ਵਿੱਚ ਹੈਲਪ ਕਰਦੀ ਹੈ? ਇਹ ਇੱਥੋਂ ਟਾਹਣੀ ਬ੍ਰਾਂਚਿਸ ਫਾਰਮੇਸ਼ਨ ਦੇ ਵਿੱਚ ਹੈਲਪ ਕਰਦੀ ਹੈ। ਇੱਕ ਪੌਦੇ ਦੇ ਵਿੱਚੋਂ ਇੱਥੋਂ ਜਿਹੜੀਆਂ ਨੇ ਆ ਬ੍ਰਾਂਚਿਸ ਜਿਹੜੀਆਂ ਨੇ ਆ ਟਾਹਣੀਆਂ ਜਿਹੜੀਆਂ ਨਿਕਲਦੀਆਂ ਨੇ, ਇਹ ਇਸੇ ਕਰਕੇ ਨਿਕਲਦੀਆਂ ਨੇ ਕਿਉਂਕਿ ਇੱਥੇ ਜਿਹੜਾ ਗਰੋ ਕਰਨ ਵਾਸਤੇ ਇੰਟਰਕੈਲਰੀ ਮੈਰਿਸਟੈਮ ਟਿਸ਼ੂ ਪਾਇਆ ਜਾਂਦਾ। ਇਹ ਹੋ ਗਈ ਜੀ ਇਸਦੀ ਦੂਸਰੀ ਟਾਈਪ। ਤੀਸਰੀ ਟਾਈਪ ਇਹਦੀ ਹੈਗੀ ਜੀ ਲੇਟਰਲ ਮੈਰਿਸਟੈਮ। ਇਹ ਕਿੱਥੇ ਪਾਇਆ ਜਾਂਦਾ? ਇਹ ਕਿਸ ਚੀਜ਼ ਨੂੰ ਇਨਕਰੀਜ਼ ਕਰਦਾ ਹੈ? ਥਿਕਨੈਸ ਨੂੰ ਇਨਕਰੀਜ਼ ਕਰਦਾ ਹੈ। ਇਸ ਤਰ੍ਹਾਂ ਜਿਹੜੀ ਇਹਦੀ ਆ ਥਿਕਨੈਸ ਹੈਗੀ ਹੈ, ਤਣੇ ਦੀ ਮੋਟਾਈ ਹੈ ਜਿਹੜੀ, ਉਸਨੂੰ ਇਨਕਰੀਜ਼ ਕਰਨ ਦੇ ਵਿੱਚ ਜਿਹੜਾ ਲੇਟਰਲ ਮੈਰਿਸਟੈਮ ਹੈਲਪ ਕਰਦਾ। ਸੋ ਇਹ ਹੈਗਾ ਜੀ ਇਹਦੀ ਤੀਸਰੀ ਟਾਈਪ, ਉਸਨੂੰ ਅਸੀਂ ਸੈਕੰਡਰੀ ਗਰੋਥ ਕਹਿੰਦੇ ਹਾਂ। ਤਣੇ ਦੀ ਜਿਹੜੀ ਮੋਟਾਈ ਹੈਗੀ ਜੀ, ਇਹ ਦੋਨੋਂ ਤਰੀਕੇ ਨਾਲ ਵਧਾਉਂਦਾ, ਇੰਟਰਨਲ ਗਰੋਥ ਵੀ ਕਰਦਾ ਤੇ ਐਕਸਟਰਨਲ ਗਰੋਥ ਵੀ ਕਰਦਾ। ਮੋਟਾਈ ਨੂੰ ਜਿਹੜਾ ਹੈ ਇੰਗਲਿਸ਼ ਦੇ ਵਿੱਚ ਗਰਥ ਕਿਹਾ ਜਾਂਦਾ ਜੀ, GIRTH, ਗਰਥ। ਤਾਂ ਇਹ ਰੂਟ ਔਰ ਸਟੈਮ ਦੀ ਗਰਥ ਨੂੰ ਇਨਕਰੀਜ਼ ਕਰਦਾ, ਥਿਕਨੈਸ ਨੂੰ ਇਨਕਰੀਜ਼ ਕਰਦਾ, ਮੋਟਾਈ ਨੂੰ ਵਧਾਉਂਦਾ ਹੈ। ਸੋ 3 ਤਰ੍ਹਾਂ ਦੇ ਮੈਰਿਸਟੇਮੈਟਿਕ ਟਿਸ਼ੂ ਹੋ ਗਏ ਜੋ ਡਿਵਾਈਡ ਹੁੰਦੇ ਆ, ਨੰਬਰ ਆਫ ਸੈੱਲ ਇਨਕਰੀਜ਼ ਹੋ ਜਾਂਦੇ ਆ, ਜਿਸ ਨਾਲ ਪੌਦੇ ਦੇ ਵਿੱਚ ਵਾਧਾ ਹੁੰਦਾ ਹੈ, ਲੰਬਾਈ ਦੇ ਵਿੱਚ ਵੀ, ਮੋਟਾਈ ਦੇ ਵਿੱਚ ਵੀ। ਇਹ ਹੋ ਗਈ ਜੀ ਪਹਿਲੀ ਟਾਈਪ ਮੈਰਿਸਟੇਮੈਟਿਕ ਟਿਸ਼ੂ। ਹੁਣ ਆਪਾਂ ਪਲਾਂਟ ਦੀ ਦੂਸਰੀ ਟਾਈਪ ਪੜ੍ਹੀ ਸੀ, ਪਰਮਾਨੈਂਟ ਟਿਸ਼ੂ। ਆਪਾਂ ਤੁਹਾਨੂੰ ਦੱਸਿਆ ਸੀ ਮੈਰਿਸਟੇਮੈਟਿਕ ਇੱਕ ਭਾਗ ਹੁੰਦਾ ਜਿਹਦੇ ਵਿੱਚ ਉਹ ਟਿਸ਼ੂ ਡਿਵਾਈਡ ਹੁੰਦੇ ਰਹਿੰਦੇ ਨੇ ਤੇ ਵੱਧਦੇ ਰਹਿੰਦੇ ਨੇ, ਲੇਕਿਨ ਕੁਝ ਸੈੱਲ ਉਹਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਨੇ, ਤੇ ਜਿਹੜੇ ਬਾਹਰ ਨਿਕਲ ਜਾਂਦੇ ਨੇ ਅਸੀਂ ਉਹਨਾਂ ਨੂੰ ਡੈਰੀਵੇਟਿਵ ਕਹਿੰਦੇ ਹਾਂ, ਤੇ ਹੌਲੀ ਹੌਲੀ ਉਹ ਜਾ ਕੇ ਪਰਮਾਨੈਂਟ ਟਿਸ਼ੂ ਬਣ ਜਾਂਦੇ ਨੇ ਤੇ ਬਿਲਕੁਲ ਹੀ ਡਿਵਾਈਡ ਹੋਣ ਦੀ ਐਬਿਲਿਟੀ ਖੋ ਦਿੰਦੇ ਨੇ। ਉਹੀ ਪਰਮਾਨੈਂਟ ਟਿਸ਼ੂ ਹੁਣ ਆਪਾਂ ਪੜ੍ਹਨ ਲੱਗੇ ਹਾਂ। ਆਪਾਂ ਤੁਹਾਨੂੰ ਦੱਸਿਆ ਪਰਮਾਨੈਂਟ ਟਿਸ਼ੂ ਜਿਹੜੇ ਪਰਮਾਨੈਂਟ ਹੁੰਦੇ ਆ, ਇਹਨਾਂ ਦਾ ਸ਼ੇਪ, ਇਹਨਾਂ ਦੀ ਸਾਈਜ਼, ਇਹਨਾਂ ਦੇ ਨੰਬਰ, ਇਹਨਾਂ ਦੇ ਫੰਕਸ਼ਨ ਸਾਰੇ ਕੁਛ ਹੈ ਉਹ ਪਰਮਾਨੈਂਟ ਹੀ ਹੈ ਕਿਉਂਕਿ ਡਿਵਾਈਡ ਹੋਣ ਦੀ ਐਬਿਲਿਟੀ ਨਹੀਂ ਰੱਖਦੇ। ਤੁਹਾਨੂੰ ਆਪਣੀ ਸਕਰੀਨ ਤੇ ਇੱਕ ਵਰਡ ਦਿਖਾਈ ਦੇ ਰਿਹਾ ਹੋਏਗਾ, ਡਿਫਰੈਂਸ਼ੀਏਸ਼ਨ। ਔਰ ਇਹ ਵਰਡ ਲਿਖਿਆ ਹੋਇਆ ਡਿਫਰੈਂਸ਼ੀਏਸ਼ਨ, ਇਸ ਨੂੰ ਵੀ ਆਪਣੀ ਨੋਟਬੁੱਕ ਤੇ ਨੋਟ ਕਰ ਲਓ। ਡਿਫਰੈਂਸ਼ੀਏਸ਼ਨ ਇੱਕ ਪ੍ਰੋਸੈਸ ਦਾ ਨਾਮ ਹੈ। ਮੈਰਿਸਟੇਮੈਟਿਕ ਟਿਸ਼ੂ ਤੋਂ ਜਦੋਂ ਕੁਛ ਟਿਸ਼ੂ ਜਿਹੜੇ ਨੇ, ਕੁਛ ਸੈੱਲ ਜਿਹੜੇ ਨੇ ਉਸ ਭਾਗ ਚੋਂ ਬਾਹਰ ਕੱਢ ਦਿੱਤੇ ਜਾਂਦੇ ਨੇ, ਤਾਂ ਫਿਰ ਉਹ ਹੌਲੀ ਹੌਲੀ ਪਰਮਾਨੈਂਟ ਟਿਸ਼ੂ ਬਣ ਜਾਂਦੇ ਨੇ। ਉਸ ਪ੍ਰੋਸੈਸ ਨੂੰ, ਮੈਰਿਸਟੇਮੈਟਿਕ ਟਿਸ਼ੂ ਤੋਂ ਪਰਮਾਨੈਂਟ ਟਿਸ਼ੂ ਬਣਨ ਦੀ ਜਿਹੜੀ ਪ੍ਰੋਸੈਸ ਹੁੰਦੀ ਹੈ, ਉਸ ਪ੍ਰੋਸੈਸ ਨੂੰ ਅਸੀਂ ਡਿਫਰੈਂਸ਼ੀਏਸ਼ਨ ਕਹਿੰਦੇ ਹਾਂ। ਸੋ ਇਸ ਚੀਜ਼ ਨੂੰ ਆਪਣੀ ਨੋਟਬੁੱਕ ਤੇ ਨੋਟ ਕਰ ਲਓ। ਮੈਰਿਸਟੇਮੈਟਿਕ ਟਿਸ਼ੂ ਤੋਂ ਡੈਰੀਵੇਟਿਵ, ਡੈਰੀਵੇਟਿਵ ਤੋਂ ਫਿਰ ਅੱਗੇ ਪਰਮਾਨੈਂਟ ਟਿਸ਼ੂ ਜਦ ਬਣਦੇ ਨੇ, ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਏਸ਼ਨ। ਹੁਣ ਆਪਾਂ ਕਰਨ ਵਾਲੇ ਪਰਮਾਨੈਂਟ ਟਿਸ਼ੂ ਦੀਆਂ ਟਾਈਪ, ਸਭ ਤੋਂ ਪਹਿਲਾਂ ਹੈਗੇ ਜੀ ਸਿੰਪਲ ਪਰਮਾਨੈਂਟ ਟਿਸ਼ੂ ਤੇ ਕੰਪਲੈਕਸ ਪਰਮਾਨੈਂਟ ਟਿਸ਼ੂ। ਸਿੰਪਲ ਪਰਮਾਨੈਂਟ ਟਿਸ਼ੂ ਦੀ ਅਗਰ ਆਪਾਂ ਗੱਲ ਕਰ ਲਈਏ, ਉਸ ਦੇ ਵਿੱਚ ਅੱਗੇ 3 ਟਾਈਪਸ ਪੜ੍ਹੀਆਂ ਸੀ ਆਪਾਂ, ਜਿਹਦੇ ਵਿੱਚੋਂ ਪਹਿਲੀ ਹੈਗੀ ਹੈ ਜੀ ਪੈਰਨਕਾਈਮਾ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆ ਸਾਰੇ ਜਿਹੜੇ ਨੇ ਇਹ ਸੈਲਸ ਨੇ, ਡਿਫਰੈਂਟ ਸੈਲਸ ਹੈਗੀਆਂ, ਸੈੱਲਾਂ ਦਾ ਇਕੱਠ ਹੈ ਇਹ ਸਾਰਾ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਸੈੱਲ ਦੀ ਅਗਰ ਆਪਾਂ ਗੱਲ ਕਰ ਲਈਏ, ਸੈੱਲ ਦੇ ਵਿੱਚ ਜੋ ਸਿੰਪਲ ਗ੍ਰੀਨ ਕਲਰ ਦਾ ਭਾਗ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ, ਉਹ ਸਾਰਾ ਹੈਗਾ ਜੀ ਸਾਈਟੋਪਲਾਜ਼ਮ। ਇਸੇ ਤਰ੍ਹਾਂ ਉਹਦੇ ਵਿੱਚ ਜੋ ਖਾਲੀ ਵਾਈਟ ਕਲਰ ਦੀ ਜਗ੍ਹਾ ਦਿਖ ਰਹੀ ਹੈ, ਕਿਉਂਕਿ ਇਹ ਪੌਦੇ ਦਾ ਸੈੱਲ ਹੈ ਤਾਂ ਤੁਹਾਨੂੰ ਪਤਾ ਉਹਦੇ ਵਿੱਚ ਵੈਕਿਊਲ ਇੱਕ ਵੱਡੀ ਜਗ੍ਹਾ ਘੇਰਦਾ, ਸੋ ਇਹ ਹੈਗੇ ਜੀ ਵੈਕਿਊਲ। ਉਸੇ ਤਰ੍ਹਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਨਿਊਕਲੀਅਸ, ਹਰ ਇੱਕ ਸੈੱਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਨਿਊਕਲੀਅਸ ਸ਼ੋ ਹੋਏਗਾ। ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਹ ਇੱਕ ਸੈੱਲ ਹੈ, ਇਸੇ ਤਰ੍ਹਾਂ ਦੂਸਰਾ ਸੈੱਲ ਹੈ, ਆਹ ਤੀਸਰਾ ਸੈੱਲ ਹੈ, ਆਹ ਚੌਥਾ ਸੈੱਲ ਹੈ। ਇਹਨਾਂ 2-3 ਸੈੱਲਾਂ ਦੇ ਵਿੱਚ ਜਿਹੜੀ ਆਹ ਜਗ੍ਹਾ ਤੁਹਾਨੂੰ ਖਾਲੀ ਜਗ੍ਹਾ ਦਿਖਾਈ ਦੇ ਰਹੀ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਇੰਟਰਸੈਲੂਲਰ ਏਅਰ ਸਪੇਸ। ਇੰਟਰ ਮਤਲਬ 2 ਚੀਜ਼ਾਂ ਦੇ ਵਿੱਚ, ਸੈਲੂਲਰ ਮਤਲਬ 2 ਸੈੱਲਾਂ ਦੇ ਵਿੱਚ,
ਏਅਰ ਮਤਲਬ ਏਅਰ ਸਪੇਸ ਮਤਲਬ ਜਿੱਥੇ ਹਵਾ ਜਿਹੜੀ ਹੈ ਉਹ ਸਟੋਰ ਹੈਗੀ ਹੈ, ਮਤਲਬ ਹਵਾ ਖਾਲੀ ਜਗ੍ਹਾ ਦੇ ਵਿੱਚ ਕੀ ਹੋਊਗਾ, ਹਵਾ ਹੋਏਗੀ। ਸੋ ਹਵਾ ਨਾਲ ਭਰੀ ਹੋਈ ਖਾਲੀ ਜਗ੍ਹਾ। ਸੋ ਜਦੋਂ ਦੋ ਸੈੱਲਾਂ ਦੇ ਵਿੱਚ ਜੋ ਖਾਲੀ ਜਗ੍ਹਾ ਹੁੰਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਇੰਟਰਸੈਲੂਲਰ ਸਪੇਸ। ਪੈਰਨਕਾਈਮਾ ਟਿਸ਼ੂ ਜਿਹੜਾ ਹੈ ਉਹ ਪੌਦੇ ਦੇ ਵਿੱਚ ਕਿੱਥੇ ਹੁੰਦਾ, ਬੇਸ ਬਣਾਉਂਦਾ, ਫॉर्म ਬੇਸ ਆਫ ਪਲਾਂਟ। ਪਲਾਂਟ ਦਾ ਪੌਦੇ ਦਾ ਬੇਸ ਬਣਾਉਂਦਾ, ਨਾਲ ਹੀ ਇਸ ਨੂੰ ਪੈਕਿੰਗ ਟਿਸ਼ੂ ਵੀ ਕਿਹਾ ਜਾਂਦਾ। ਮੈਂ ਫਿਰ ਕਹਿ ਰਹੀ ਹਾਂ, ਤੁਸੀਂ ਆਪਣੀ ਨੋਟਬੁੱਕ ਨਾਲ ਲੈ ਕੇ ਬੈਠੋ ਤੇ ਨਾਲ ਹੀ ਇਹ ਪੁਆਇੰਟਸ ਜਿਹੜੇ ਨੋਟ ਕਰਦੇ ਜਾਓ। ਫਸਟ ਪੁਆਇੰਟ, ਇਹ ਪਲਾਂਟ ਦਾ ਬੇਸ ਬਣਾਉਂਦਾ, ਫॉर्म्स ਬੇਸ ਆਫ ਪਲਾਂਟ। ਦੂਸਰਾ ਇਹ ਕਿ ਇਸ ਨੂੰ ਪੈਕਿੰਗ ਟਿਸ਼ੂ ਕਿਹਾ ਜਾਂਦਾ। ਤੀਸਰਾ ਇਹ ਕਿ ਇਹਦੇ ਵਿੱਚ ਅਨਸਪੈਸ਼ਲਾਈਜ਼ਡ ਲਾਈਵ ਸੈਲਸ ਹੁੰਦੇ ਨੇ। ਪਹਿਲੀ ਗੱਲ ਤਾਂ ਇਸਦੇ ਵਿੱਚ ਲਿਵਿੰਗ ਸੈਲਸ ਹੁੰਦੇ ਨੇ, ਇਹ ਚੀਜ਼ ਵੀ ਤੁਸੀਂ ਨੋਟ ਕਰੋ, ਇਹਦੇ ਵਿੱਚ ਲਿਵਿੰਗ ਸਜੀਵ ਸੈੱਲ ਪਾਏ ਜਾਂਦੇ ਨੇ। ਦੂਸਰਾ ਉਹ ਅਨਸਪੈਸ਼ਲਾਈਜ਼ਡ ਹੁੰਦੇ ਨੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹਦੀਆਂ ਜਿਹੜੀਆਂ ਵੋਲਸ ਨੇ, ਆਪਾਂ ਪੜ੍ਹਿਆ ਸੀ ਨਾ ਪਲਾਂਟ ਸੈੱਲ ਦੇ ਵਿੱਚ ਇੱਕ ਸੈੱਲ ਵੋਲ ਹੁੰਦੀ ਹੈ। ਜੋ ਸਭ ਤੋਂ ਬਾਹਰਲੀ ਤੁਹਾਨੂੰ ਗ੍ਰੀਨ ਕਲਰ ਦੀ ਲਾਈਨ ਦਿਖਾਈ ਦੇ ਰਹੀ ਆ ਉਹ ਹੈਗੀ ਹੈ ਜੀ ਸੈੱਲ ਵੋਲ। ਇਹਦੀ ਜਿਹੜੀ ਸੈੱਲ ਵੋਲ ਹੁੰਦੀ ਹੈ ਉਹ ਕਾਫੀ ਥਿਨ ਹੁੰਦੀ ਹੈ। ਥਿਨ ਮਤਲਬ ਪਤਲੀ, ਪਤਲੀ ਪ੍ਰਾਇਮਰੀ ਸੈੱਲ ਵੋਲ ਜਿਹੜੀ ਹੈ ਇਹਦੇ ਵਿੱਚ ਪਾਈ ਜਾਂਦੀ ਹੈ। ਨਾਲ ਹੀ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਜੋ ਇੰਟਰਾ ਸੈਲੂਲਰ ਸਪੇਸ ਹੈਗੀ ਹੈ ਉਹ ਵੀ ਜਿਹੜੀ ਹੈ ਕਾਫੀ ਇਹਦੇ ਵਿੱਚ ਹੁੰਦੀ ਹੈ। ਤੇ ਇਹ ਜਿਹੜੀ ਹੈਗੀ ਹੈ ਇੰਟਰਸੈਲੂਲਰ ਸਪੇਸ ਹੈਗੀ ਹੈ, ਦੋ ਸੈੱਲਾਂ ਦੇ ਵਿਚਕਾਰ ਦੀ ਸਪੇਸ ਉਹ ਕਾਫੀ ਜ਼ਿਆਦਾ ਹੁੰਦੀ ਹੈ, ਕਾਫੀ ਲਾਰਜ ਹੁੰਦੀ ਹੈ ਪੈਰਨਕਾਈਮਾ। ਸੋ ਇਹਦੇ ਪੁਆਇੰਟ ਜਿਹੜੇ ਨੋਟ ਕਰ ਲਓ, ਇਹਦੀ ਸੈੱਲ ਵੋਲ ਕਾਫੀ ਥਿਨ ਹੁੰਦੀ ਹੈ, ਲਾਰਜ ਇੰਟਰਸੈਲੂਲਰ ਸਪੇਸ ਹੁੰਦੀ ਹੈ ਇਹਦੇ ਵਿੱਚ। ਦੂਸਰਾ ਇਹ ਜਿਹੜਾ ਇੱਕ ਪੈਕਿੰਗ ਟਿਸ਼ੂ ਕਿਹਾ ਜਾਂਦਾ, ਇਸ ਨੂੰ ਅਨਸਪੈਸ਼ਲਾਈਜ਼ਡ ਲਾਈਵ ਸੈੱਲ ਹੁੰਦੇ ਨੇ ਇਹਦੇ ਵਿੱਚ ਤੇ ਇਹ ਪਲਾਂਟ ਨੂੰ ਸਪੋਰਟ ਕਰਦਾ, ਮਜ਼ਬੂਤੀ ਦਿੰਦਾ। ਫੂਡ ਸਟੋਰੇਜ ਦਾ ਇਸਦਾ ਮੇਨ ਕੰਮ ਹੁੰਦਾ। ਜਿੱਥੇ ਵੀ ਤੁਹਾਨੂੰ ਪੈਰਨਕਾਈਮਾ ਵਰਡ ਦਿਖਾਈ ਦੇਗਾ, ਪੈਰਨਕਾਈਮਾ ਟਿਸ਼ੂ ਹੋਣਗੇ, ਮੇਨ ਉਸਦਾ ਕੰਮ ਜਿਹੜਾ ਉਹ ਸਟੋਰੇਜ ਦਾ ਹੋਏਗਾ। ਸਟੋਰਸ ਫੂਡ, ਇਹ ਫੂਡ ਨੂੰ ਸਟੋਰ ਕਰਦਾ ਹੈ, ਨਿਊਟ੍ਰੀਐਂਟਸ ਤੇ ਵਾਟਰ ਨੂੰ ਸਟੋਰ ਕਰਦਾ ਹੈ। ਸੋ ਇਹ ਚੀਜ਼ ਯਾਦ ਰੱਖਿਓ, ਪੈਰਨਕਾਈਮਾ ਦਾ ਮੇਨ ਕੰਮ ਜਿਹੜਾ ਤੁਹਾਨੂੰ ਸਟੋਰੇਜ ਦਾ ਮਿਲੇਗਾ। ਇਹ ਹੈਗੇ 9th ਕਲਾਸ ਦੀ NCERT ਦੀ ਬੁੱਕ, ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਇਹ ਹੈਗੇ ਜੀ ਇੰਟਰਾਸੈਲੂਲਰ ਸਪੇਸ, ਇਹਦੇ ਵਿੱਚ ਵੀ ਇੰਟਰਾਸੈਲੂਲਰ ਸਪੇਸ ਜਿਹੜੀ ਆ ਉਹ ਕਾਫੀ ਸ਼ੋ ਕੀਤੀ ਹੋਈ ਹੈ। ਇਹਦੇ ਵਿੱਚ ਲਾਰਜ ਇੰਟਰਾਸੈਲੂਲਰ ਸਪੇਸ ਹੁੰਦੀ ਹੈ, ਇਹਦੇ ਵਿੱਚ ਇੰਟਰਾਸੈਲੂਲਰ ਸਪੇਸ ਸ਼ੋ ਕੀਤੀ ਹੋਈ ਹੈ। ਜਿਸ ਤੋਂ ਬਾਅਦ ਆਪਾਂ ਪੜ੍ਹਨ ਲੱਗੇ ਹਾਂ ਜੀ ਦੂਸਰਾ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਕੋਲਨਕਾਈਮਾ। ਸੋ ਇਹ ਜਿਹੜਾ ਟਿਸ਼ੂ ਹੁੰਦਾ ਜੀ ਇਹ ਪੌਦੇ ਦੇ ਵਿੱਚ ਫਲੈਕਸੀਬਿਲਿਟੀ ਲਈ ਜਿਹੜਾ ਰਿਸਪੌਂਸੀਬਲ ਹੁੰਦਾ। ਇਸ ਨੂੰ ਪੁਆਇੰਟ ਨੂੰ ਨਾਲ ਨੋਟ ਕਰ ਲਓ। ਕੋਲਨਕਾਈਮਾ ਕੀ ਪ੍ਰੋਵਾਈਡ ਕਰਦਾ ਪਲਾਂਟ ਨੂੰ, ਪੌਦੇ ਨੂੰ, ਇਹ ਫਲੈਕਸੀਬਿਲਿਟੀ ਲਚਕਤਾ ਪ੍ਰੋਵਾਈਡ ਕਰਦਾ ਹੈ ਇੱਕ ਪੌਦੇ ਲਈ। ਇਹ ਅਕਸਰ ਕੁਐਸਚਨ ਪੁੱਛਿਆ ਜਾ ਸਕਦਾ ਵੀ ਪਲਾਂਟ ਦੇ ਵਿੱਚ ਫਲੈਕਸੀਬਿਲਿਟੀ ਲਈ ਕਿਹੜਾ ਟਿਸ਼ੂ ਹੁੰਦਾ, ਉਹ ਹੁੰਦਾ ਜੀ ਕੋਲਨਕਾਈਮਾ। ਸਪੋਰਟ ਤੇ ਸਟਰੈਂਥ ਤਾਂ ਪ੍ਰੋਵਾਈਡ ਕਰਦਾ ਹੀ ਹੈ, ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹਦੇ ਜੋ ਸੈੱਲ ਹੁੰਦੇ ਨੇ ਉਹ ਕੀ ਹੁੰਦੇ ਨੇ, ਇਲੋਂਗੇਟਡ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਇਹਦੇ ਆਹ ਸੈੱਲ ਬਣੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਲੰਬੇ ਜਿਹੜੇ ਆ ਲੰਬਾਈ ਦੇ ਵਿੱਚ ਇਲੋਂਗੇਟਡ ਸੈੱਲ ਹੁੰਦੇ ਨੇ, ਲਿਵਿੰਗ ਸੈੱਲ ਹੁੰਦੇ ਨੇ। ਇਹ ਵੀ ਤੁਸੀਂ ਨਾਲ ਨੋਟ ਕਰ ਲਓ। ਤੇ ਨਾਲ ਹੀ ਇਹਦੇ ਵਿੱਚ ਜਿਹੜੇ ਕੋਰਨਰ ਨੇ ਉਹ ਕਾਫੀ ਕੀ ਹੁੰਦੇ ਨੇ ਜੀ, ਇਰੈਗੂਲਰ ਥਿਕਨਡ ਹੁੰਦੇ ਨੇ, ਯਾਨੀ ਕਿ ਮੋਟੇ ਕੋਰਨਰ ਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਇੱਕ ਸੈੱਲ ਦੇ ਵਿੱਚ ਜਿਹੜੀ ਇਸ ਤਰ੍ਹਾਂ ਤੁਹਾਨੂੰ ਆ ਕੋਰਨਰ ਦਿਖਾਈ ਦੇ ਰਹੇ ਨੇ। ਆ ਜੋ ਕੋਰਨਰ ਹੈਗੇ ਨੇ ਕਿਸ ਤਰ੍ਹਾਂ ਜਿਹੜੇ ਇਰੈਗੂਲਰ ਮੋਟਾਈ ਦੇ ਵਿੱਚ ਨੇ, ਥਿਕ ਨੇ ਤੇ ਇਹਨਾਂ ਦੇ ਵਿੱਚ ਜੋ ਸਪੇਸ ਹੁੰਦੀ ਹੈ ਇਹ ਹੈਗਾ ਜੀ ਇੱਕ ਸੈੱਲ ਤੇ ਇਹ ਹੈਗਾ ਦੂਸਰਾ ਸੈੱਲ, ਲੇਕਿਨ ਦੋਹਾਂ ਦੇ ਵਿੱਚ ਜਿਹੜੀ ਸਪੇਸ ਹੈ ਉਹ ਬਿਲਕੁਲ ਹੀ ਨਜ਼ਰ ਨਹੀਂ ਆ ਰਹੀ। ਸੋ ਕਾਫੀ ਘੱਟ ਇੰਟਰਸੈਲੂਲਰ ਸਪੇਸ ਇਸ ਦੇ ਵਿੱਚ ਪਾਈ ਜਾਂਦੀ ਹੈ। ਸੋ ਇਸ ਦੇ ਵਿੱਚ ਇੰਟਰਸੈਲੂਲਰ ਸਪੇਸ ਜਿਹੜੀ ਉਹ ਕਾਫੀ ਘੱਟ ਹੁੰਦੀ ਹੈ। ਜਿਵੇਂ ਆਪਾਂ ਪੈਰਨਕਾਈਮਾ 'ਚ ਪੜ੍ਹਿਆ ਕਿ ਉਸ 'ਚ ਜ਼ਿਆਦਾ ਹੁੰਦੀ ਹੈ, ਲੇਕਿਨ ਕੋਲਨਕਾਈਮਾ ਦੇ ਵਿੱਚ ਇਹ ਘੱਟ ਹੁੰਦੀ ਹੈ। ਫਲੈਕਸੀਬਿਲਿਟੀ ਪ੍ਰੋਵਾਈਡ ਕਰਨ ਲਈ ਇਹ ਮੇਨ ਵਰਤਿਆ ਜਾਂਦਾ ਹੈ। ਸੋ ਜਿਹੜੀ ਸਟੈਮ ਹੁੰਦੀ ਹੈ, ਤਣਾ ਹੁੰਦਾ, ਪੱਤੇ ਹੁੰਦੇ ਨੇ, ਉਹ ਜਦੋਂ ਆਪਾਂ ਉਸਨੂੰ ਮੋੜਦੇ ਹਾਂ ਤਾਂ ਜਦੋਂ ਕਿਸੇ ਪੱਤੇ ਨੂੰ ਜਾਂ ਤਣੇ ਨੂੰ ਆਪਾਂ ਥੋੜ੍ਹਾ ਜਿਹਾ ਵੀ ਮੋੜਦੇ ਹਾਂ ਤਾਂ ਇੱਕਦਮ ਟੁੱਟ ਨਹੀਂ ਜਾਂਦਾ, ਉਹ ਮੁੜ ਜਾਂਦੇ ਆ ਆਸਾਨੀ ਦੇ ਨਾਲ। ਜੋ ਪਤਲੀਆਂ ਸਟੈਮਸ ਹੁੰਦੀਆਂ ਨੇ ਜਾਂ ਪੱਤੇ ਹੁੰਦੇ ਨੇ ਤਾਂ ਬਿਨਾਂ ਟੁੱਟੇ ਆਪਾਂ ਉਹ ਮੁੜ ਸਕਣ, ਪੱਤੇ ਪੌਦੇ ਸਟੈਮਸ ਜਿਹੜੇ ਨੇ ਉਹ ਮੁੜ ਸਕਣ। ਉਹਦੇ ਵਿੱਚ ਲਚਕਤਾ ਹੁੰਦੀ ਹੈ, ਜੋ ਫਲੈਕਸੀਬਿਲਿਟੀ ਹੁੰਦੀ ਹੈ ਉਹ ਕੋਲਨਕਾਈਮਾ ਟਿਸ਼ੂ ਕਰਕੇ ਹੀ ਹੁੰਦੀ ਹੈ। ਸੋ ਇਹ ਸਾਰੇ ਪੁਆਇੰਟ ਜਿਹੜੇ ਤੁਸੀਂ ਨੋਟ ਕਰ ਲਓ। ਇਸ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਵਾਈਟ ਕਲਰ ਦਾ ਇਹ ਏਰੀਆ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈਗਾ ਜਿਸ ਦਾ ਵੈਕਿਊਲ, ਤੇ ਜੋ ਰੈੱਡ ਕਲਰ ਦੇ ਤੁਹਾਨੂੰ ਕੋਰਨਰਸ ਦਿਖਾਈ ਦੇ ਰਹੇ ਨੇ, ਦੇਖੋ ਇੱਥੇ ਲਿਖਿਆ ਹੋਇਆ ਵੈਲ ਥਿਕਨਸ। ਵੋਲਸ ਜਿਹੜੀ ਨੇ ਕਾਫੀ ਥਿਕ ਹੁੰਦੀਆਂ ਨੇ, ਕਾਫੀ ਮੋਟੀਆਂ ਹੁੰਦੀਆਂ ਨੇ। ਨਿਊਕਲੀਅਸ ਜਿਹੜਾ ਤੁਹਾਨੂੰ ਇਸ ਦੇ ਵਿੱਚ ਦਿਖਾਈ ਦੇ ਰਿਹਾ ਹੋਏਗਾ ਹਰ ਇੱਕ ਸੈੱਲ ਦੇ ਵਿੱਚ, ਜੋ ਸਕਾਈ ਬਲੂ ਕਲਰ ਦਾ ਤੁਹਾਨੂੰ ਇੱਥੇ ਨਿਊਕਲੀਅਸ ਸ਼ੋ ਹੋ ਰਿਹਾ, ਵੈਕਿਊਲ ਹੈ। ਤੇ ਬਾਹਰਲੀ ਪਰਤ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਉਹ ਹੈਗੀ ਜਿਸ ਦੀ ਸੈੱਲ ਵੋਲ। ਇਹ ਹੋ ਗਿਆ ਜੀ ਕੋਲਨਕਾਈਮਾ। ਹੁਣ ਆਪਾਂ ਵੱਧਦੇ ਹਾਂ ਜੀ ਇਹਦੀ ਤੀਸਰੀ ਟਾਈਪ ਦੀ ਤਰਫ, ਜੋ ਹੈ ਸਕਲੇਰਨਕਾਈਮਾ। ਜਿੰਨੇ ਵੀ ਮੈਂ ਪੁਆਇੰਟਸ ਤੁਹਾਨੂੰ ਦੱਸੇ ਆ ਪੈਰਨਕਾਈਮਾ ਔਰ ਕੋਲਨਕਾਈਮਾ ਦੇ ਰਿਗਾਰਡਿੰਗ ਤੁਸੀਂ ਨੋਟ ਕਰਦੇ ਰਹੋ। ਤੇ ਤੁਸੀਂ ਦੇਖ ਸਕਦੇ ਹੋ ਨੇਮ ਸਕਲੇਰਨਕਾਈਮਾ। ਸਕਲੇਰਨ ਵਰਡ ਜਿਹੜਾ ਹੈਗਾ ਜੀ ਉਹ ਵਰਡ ਆਇਆ ਹੈ ਸਕਲੈਰੋ ਤੋਂ, ਚਾਹੇ ਤੁਸੀਂ ਇੱਥੇ ਨੋਟ ਕਰ ਸਕਦੇ ਹੋ SKLERO। ਸਕਲੈਰੋ ਵਰਡ ਤੋਂ ਜਿਹੜਾ ਇਹ ਸ਼ਬਦ ਆਇਆ ਜਿਸ ਦਾ ਮਤਲਬ ਹੁੰਦਾ ਜੀ ਹਾਰਡ। ਹਾਰਡ ਮਤਲਬ ਸਖਤ। ਸੋ ਇਹ ਇੱਕ ਪੌਦੇ ਦੇ ਵਿੱਚ ਜਿਹੜਾ ਹੈ ਇੱਕ ਸਟਿਫਨੈਸ ਪ੍ਰੋਵਾਈਡ ਕਰਨ ਲਈ ਵਰਤੇ ਜਾਂਦੇ ਨੇ, ਜਾਂ ਸਟਿਫਨੈਸ ਪ੍ਰੋਵਾਈਡ ਕਰਦੇ ਨੇ ਕਿਉਂਕਿ ਮਜ਼ਬੂਤੀ ਪ੍ਰੋਵਾਈਡ ਕਰਦੇ ਨੇ। ਲੌਂਗ ਹੁੰਦੇ ਨੇ, ਨੈਰੋ ਹੁੰਦੇ ਨੇ ਤੇ ਨਾਲ ਹੀ ਡੈਡ ਸੈਲਸ ਹੁੰਦੇ ਨੇ। ਇਹ ਸਪੋਰਟ ਕਰਨ ਲਈ, ਮਜ਼ਬੂਤੀ ਦੇਣ ਲਈ ਪੌਦਿਆਂ ਲਈ ਵਰਤੇ ਜਾਂਦੇ ਨੇ। ਇਹ ਜਿਹੜੀਆਂ ਵੋਲਸ ਹੁੰਦੀਆਂ ਨੇ ਕਾਫੀ ਥਿਕ ਹੁੰਦੀਆਂ ਨੇ, ਤੁਸੀਂ ਇਹਦੇ ਵਿੱਚ ਹੀ ਦੇਖ ਸਕਦੇ ਹੋ ਜੋ ਵੋਲਸ ਹੈਗੀਆਂ ਨੇ ਉਹ ਕਿੰਨੀਆਂ ਜ਼ਿਆਦਾ ਥਿਕ ਨੇ। ਇਹਦੇ ਵਿੱਚ ਕਾਫੀ ਥਿਕ ਮੋਟੀਆਂ ਜਿਹੜੀਆਂ ਨੇ ਇਹਦੀਆਂ ਵੋਲਸ ਹੁੰਦੀਆਂ ਨੇ। ਔਰ ਕਿਸ ਚੀਜ਼ ਤੋਂ ਬਣੀਆਂ ਹੁੰਦੀਆਂ ਨੇ ਇਹਦੀਆਂ ਵੋਲਸ ਜਿਹੜੀਆਂ ਨੇ ਉਹ ਸੈਲੂਲੋਜ਼ ਤੋਂ ਬਣੀਆਂ ਹੁੰਦੀਆਂ ਨੇ, ਜਿਸ ਦੇ ਵਿੱਚ ਲਿਗਨਨ ਪਾਇਆ ਜਾਂਦਾ ਹੈ। ਤੁਸੀਂ ਇਸ ਚੀਜ਼ ਨੂੰ ਵੀ ਨੋਟ ਕਰ ਸਕਦੇ ਹੋ। ਪਹਿਲਾਂ ਇਹ ਲਿਵਿੰਗ ਸੈੱਲ ਹੁੰਦੇ ਨੇ, ਲੇਕਿਨ ਆਫਟਰ ਮੈਚਿਓਰਿਟੀ ਇਹ ਡੈਡ ਸੈੱਲ ਬਣ ਜਾਂਦੇ ਨੇ।
ਸੋ ਮੇਨਲੀ ਆਪਾਂ ਇਹ ਕਹਾਂਗੇ ਜੇ ਕੁਐਸਚਨ ਦੇ ਵਿੱਚ ਤੁਹਾਨੂੰ MCQs ਆਉਂਦੇ ਨੇ ਕਿ ਇਹਨਾਂ ਤਿੰਨਾਂ ਦੇ ਵਿੱਚ ਦੱਸੋ ਜਿਹੜੇ ਡੈਡ ਸੈੱਲ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ, ਪੈਰੇਨਕਾਈਮਾ, ਕੋਲੇਨਕਾਈਮਾ ਜਾਂ ਫਿਰ ਸਕਲੈਰਨਕਾਈਮਾ, ਤਾਂ ਤੁਸੀਂ C ਤੋਂ ਹੀ ਆਪਸ਼ਨ ਲਗਾਓਗੇ। ਹਾਲਾਂਕਿ ਪਹਿਲਾਂ ਲਿਵਿੰਗ ਹੁੰਦੇ ਨੇ, ਆਫਟਰ ਮੈਚਿਓਰਿਟੀ ਡੈਡ ਬਣਦੇ ਨੇ, ਲੇਕਿਨ ਅਗਰ ਤੁਹਾਨੂੰ ਆਪਸ਼ਨਸ ਦੇ ਵਿੱਚ ਪੁੱਛਿਆ ਜਾਵੇ ਤਾਂ ਤੁਸੀਂ ਸਕਲੈਰਨਕਾਈਮਾ ਨੂੰ ਹੀ ਤੁਸੀਂ ਲਗਾਓਗੇ ਕਿ ਇਹ ਡੈਡ ਸੈੱਲ ਨੇ। ਹਾਂਜੀ, ਬਾਕੀ ਦੀ ਪਹਿਚਾਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੀ ਜੋ ਸੈੱਲ ਵੋਲ ਹੈਗੀ ਹੈ, ਇਸ ਸੈੱਲ ਵੋਲ ਦੇ ਵਿੱਚ ਤੁਹਾਨੂੰ ਕੁਛ ਖੱਡੇ ਜਿਹੜੇ ਆ ਉਹ ਦਿਖਾਈ ਦੇ ਰਹੇ ਹੋਣਗੇ। ਆਹ ਸਾਰੇ ਸੈੱਲ ਵੋਲ ਦੇ ਵਿੱਚ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਪਿਟਸ ਕਹਿੰਦੇ ਆ ਜਾਂ ਖੱਡੇ ਕਹਿ ਲਓ, ਇਹ ਤੁਹਾਨੂੰ ਇਹਨਾਂ ਦੀ ਸੈੱਲ ਵੋਲ ਦੇ ਵਿੱਚ ਦਿਖਾਈ ਦਿੰਦੇ ਨੇ। ਇੰਟਰਾ ਸੈਲੂਲਰ ਸਪੇਸ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੀ। ਪੈਰੇਨਕਾਈਮਾ 'ਚ ਕਾਫੀ ਹੁੰਦੀ ਹੈ, ਕੋਲਨਕਾਈਮਾ 'ਚ ਘੱਟ ਹੁੰਦੀ ਹੈ, ਲੇਕਿਨ ਸਕਲੈਰਨਕਾਈਮਾ ਦੇ ਵਿੱਚ ਨਹੀਂ ਹੁੰਦੀ। ਪੌਦੇ ਦੇ ਵਿੱਚ ਇਹ ਵਾਲੇ ਟਿਸ਼ੂ ਪਾਏ ਕਿੱਥੇ ਜਾਂਦੇ ਨੇ, ਇਹ ਕਾਫੀ ਹਾਰਡ ਕਵਰਿੰਗ ਲਈ, ਕਿਸੇ ਵੀ ਸੀਡ, ਕੋਈ ਵੀ ਬੀਜ ਹੈ ਨੇ, ਉਹਨਾਂ ਦੀ ਜਿਹੜੀ ਕਵਰਿੰਗ ਹੁੰਦੀ ਹੈ ਹਾਰਡ ਕਵਰਿੰਗ ਹੁੰਦੀ ਹੈ। ਜਿਵੇਂ ਤੁਸੀਂ ਕੋਕੋਨਟ ਦੀ ਦੇਖ ਲਓ, ਕੋਕੋਨਟ ਦੀ ਜੋ ਕਵਰਿੰਗ ਹੁੰਦੀ ਹੈ ਕਾਫੀ ਹਾਰਡ ਹੁੰਦੀ ਹੈ। ਸੋ ਹਾਰਡ ਕਵਰਿੰਗ ਦੇ ਵਿੱਚ ਤੁਹਾਨੂੰ ਸਕਲੈਰਨਕਾਈਮਾ ਹੀ ਮਿਲੇਗਾ, ਉੱਥੇ ਸਕਲੈਰਨਕਾਈਮਾ ਟਿਸ਼ੂ ਹੀ ਪਾਇਆ ਜਾਂਦਾ ਹੈ। ਸੋ ਜਿਵੇਂ ਡਰਾਈ ਫਰੂਟਸ ਹੋ ਗਏ, ਕੋਕੋਨਟ ਹੋ ਗਿਆ, ਜਿੰਨੇ ਵੀ ਸੀਡਸ ਜਿਹੜੀ ਹਾਰਡ ਕਵਰਿੰਗ ਹੁੰਦੀ ਹੈ ਉੱਥੇ ਤੁਹਾਨੂੰ ਇਹ ਸਕਲੈਰਨਕਾਈਮਾ ਪਾਇਆ ਜਾਂਦਾ ਹੈ, ਕਿਉਂਕਿ ਇੱਕ ਮਜ਼ਬੂਤੀ ਪ੍ਰੋਵਾਈਡ ਕਰਦਾ ਹੈ। ਪੱਤਿਆਂ ਦੀ ਵੇਨਸ ਦੇ ਵਿੱਚ ਇਹ ਜਿਹੜਾ ਟਿਸ਼ੂ ਪਾਇਆ ਜਾਂਦਾ ਹੈ, ਜਾਂ ਪੌਦਿਆਂ ਦੇ ਵਿੱਚ ਜੋ ਵੈਸਕੂਲਰ ਬੰਡਲ ਹੁੰਦਾ ਹੈ ਉਹਦੇ ਆਲੇ ਦੁਆਲੇ ਵੀ ਤੁਹਾਨੂੰ ਇਹ ਸਕਲੈਰਨਕਾਈਮਾ ਪਾਇਆ ਹੋਇਆ ਮਿਲੇਗਾ। ਹੁਣ ਤੁਹਾਨੂੰ ਕੁਐਸਚਨ ਆ ਰਹੇਗਾ ਵੈਸਕੂਲਰ ਬੰਡਲ ਕੀ ਹੁੰਦਾ, ਉਸਨੂੰ ਡਿਟੇਲ 'ਚ ਅੱਗੇ ਆਪਾਂ ਕਰਦੇ ਹਾਂ ਕੀ ਹੁੰਦਾ। ਸੋ ਸਿਰਫ ਇੱਥੇ ਤੁਸੀਂ ਨੋਟ ਕਰ ਲਓ ਕਿ ਸਕਲੈਰਨਕਾਈਮਾ ਕਿੱਥੇ ਕਿੱਥੇ ਪਾਇਆ ਜਾਂਦਾ ਹੈ। ਕੰਮ ਕੀ ਹੁੰਦਾ ਮੈਂ ਤੁਹਾਨੂੰ ਦੱਸਿਆ ਹੀ ਹੈ ਜੀ, ਮੈਕੈਨੀਕਲ ਸਪੋਰਟ ਪ੍ਰੋਵਾਈਡ ਕਰਦਾ ਹੈ, ਸਟਰੈਂਥ ਪ੍ਰੋਵਾਈਡ ਕਰਦਾ, ਮਜ਼ਬੂਤੀ ਪ੍ਰੋਵਾਈਡ ਕਰਦਾ, ਇੱਕ ਤਰੀਕੇ ਨਾਲ ਇਹ ਤਾਂ ਮੇਨ ਕੰਮ ਹੈ। ਹਾਂਜੀ, ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਇੱਕ ਪੌਦੇ ਦਾ ਤਣਾ। ਤੁਸੀਂ ਦੇਖ ਸਕਦੇ ਹੋ ਸੈਕਸ਼ਨ ਆਫ ਸਟੈਮ, ਸਟੈਮ ਯਾਨੀ ਕਿ ਪੌਦੇ ਦੇ ਤਣੇ ਨੂੰ ਕੱਟ ਕੇ, ਉਸ ਭਾਗ ਜਿਹੜਾ ਕੱਟ ਕੇ ਆਪਾਂ ਲੈ ਲਿੱਤਾ ਹੈ। ਸੋ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈ ਦੇ ਰਿਹਾ ਜੀ ਐਪੀਡਰਮਿਸ। ਐਪੀਡਰਮਿਸ ਵੀ ਜਿਹੜਾ ਹੈ ਉਹ ਸਿੰਪਲ ਪਰਮਾਨੈਂਟ ਟਿਸ਼ੂ ਦੀ ਹੀ ਇੱਕ ਟਾਈਪ ਹੈ, ਤੁਸੀਂ ਇਹਨੂੰ ਚੌਥੀ ਟਾਈਪ ਕਹਿ ਸਕਦੇ ਹੋ। ਐਪੀਡਰਮਿਸ ਜਿਹੜੀ ਹੁੰਦੀ ਹੈ ਉਹ ਪੌਦੇ ਦੀ ਜਿਹੜੀ ਸਰਫੇਸ ਦੀ ਬਾਹਰਲੀ ਪਰਤ ਨੂੰ ਆਪਾਂ ਜਿਹੜੀ ਆ ਉਹ ਐਪੀਡਰਮਿਸ ਕਹਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਸਭ ਤੋਂ ਬਾਹਰਲੀ ਪਰਤ ਜਿਹੜੀ ਹੈਗੀ ਹੈ ਉਹ ਐਪੀਡਰਮਿਸ ਹੈ। ਸੋ ਸਭ ਤੋਂ ਬਾਹਰਲੀ ਪਰਤ ਪਹਿਲਾਂ ਹੁੰਦੀ ਹੈ ਐਪੀਡਰਮਿਸ। ਇਹਦੇ ਵਿੱਚ ਕੋਈ ਵੀ ਇੰਟਰਾ ਸੈਲੂਲਰ ਸਪੇਸ ਨਹੀਂ ਹੁੰਦੀ, ਕਿਉਂਕਿ ਇਹ ਜਿਹੜੀ ਹੈ ਪ੍ਰੋਟੈਕਸ਼ਨ ਕਰਦੀ ਹੈ ਪੌਦੇ ਦੀ, ਤੋਂ ਇਹਦੇ ਵਿੱਚ ਬਿਲਕੁਲ ਵੀ ਸਪੇਸ ਨਹੀਂ ਹੁੰਦੀ। ਵਾਟਰ ਰੈਸਿਸਟੈਂਟ ਹੈ ਤਾਂ ਕਿ ਪਾਣੀ ਜਿਹੜਾ ਪੌਦੇ ਦੇ ਅੰਦਰੋਂ ਬਾਹਰ ਨੂੰ ਨਾ ਜ਼ਿਆਦਾ ਚਲਾ ਜਾਵੇ, ਪਾਣੀ ਦਾ ਲੋਸ ਜ਼ਿਆਦਾ ਨਾ ਹੋ ਜਾਵੇ, ਐਕਸੈਸ ਲੋਸ ਆਫ ਵਾਟਰ ਨਾ ਹੋ ਜਾਵੇ। ਸੋ ਪਾਣੀ ਨੂੰ ਰੋਕਦਾ ਹੈ ਬਾਹਰ ਜਾਣ ਤੋਂ, ਨਾਲ ਹੀ ਪ੍ਰੋਟੈਕਟਿਵ ਟਿਸ਼ੂ ਕਿਹਾ ਜਾਂਦਾ ਹੈ। ਗੈਸਿਸ ਐਕਸਚੇਂਜ ਨੂੰ ਇਹ ਅਲੋ ਕਰਦਾ। ਸੋ ਇਹ ਹੋ ਗਈ ਜੀ ਸਭ ਤੋਂ ਬਾਹਰਲੀ ਪਰਤ ਐਪੀਡਰਮਿਸ, ਇਸ ਨੂੰ ਕਿਹਾ ਜਾਂਦਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਕੋਲੇਨਕਾਈਮਾ, ਜੋ ਡਾਰਕ ਗ੍ਰੀਨ ਕਲਰ ਦੀ ਤੁਹਾਨੂੰ ਇੱਥੇ ਲੇਅਰ ਦਿਖ ਰਹੀ ਹੈ ਉਹ ਕੋਲੇਨਕਾਈਮਾ ਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਥੇ ਜੋ ਲਾਈਟ ਗ੍ਰੀਨ ਕਲਰ ਦੀ ਪੈਰੇਨਕਾਈਮਾ। ਸੋ ਇਸ ਤਰ੍ਹਾਂ ਇਹ ਤਣੇ ਦਾ ਇੱਕ ਸੈਕਸ਼ਨ ਲਿੱਤਾ ਹੋਇਆ ਕੱਟ ਕੇ, ਸਭ ਤੋਂ ਪਹਿਲਾਂ ਐਪੀਡਰਮਿਸ, ਦੈਨ ਕੋਲੇਨਕਾਈਮਾ, ਦੈਨ ਪੈਰੇਨਕਾਈਮਾ। ਹਾਂਜੀ, ਤੁਸੀਂ ਦੇਖ ਸਕਦੇ ਹੋ ਸਿੰਪਲ ਆਪਾਂ ਕਰ ਚੁੱਕੇ ਹਾਂ, ਸਿੰਪਲ ਦੀਆਂ ਤਿੰਨੋਂ ਟਾਈਪਸ ਆਪਾਂ ਕਰ ਚੁੱਕੇ ਹਾਂ। ਹੁਣ ਆਪਾਂ ਕਰਨ ਵਾਲੇ ਹਾਂ ਕੰਪਲੈਕਸ ਪਰਮਾਨੈਂਟ ਟਿਸ਼ੂ, ਜਿਹਦੇ ਅੱਗੇ ਦੋ ਟਾਈਪਸ ਹੈ, ਜ਼ਾਇਲਮ ਤੇ ਫਲੋਇਮ। ਹਾਂਜੀ, ਤੁਸੀਂ ਦੇਖ ਸਕਦੇ ਹੋ ਪੈਰੇਨਕਾਈਮਾ ਤੋਂ ਅੱਗੇ ਤਣੇ ਦੇ ਵਿੱਚ ਬਿਲਕੁਲ ਅੰਦਰ ਵਾਲੀ ਸਾਈਡ ਤੋਂ ਤੁਹਾਨੂੰ ਫਲੋਇਮ ਜਿਹੜਾ ਇੱਥੇ ਨਜ਼ਰ ਆ ਰਿਹਾ ਹੋਏਗਾ, ਆ ਰਿਹਾ ਫਲੋਇਮ ਅੰਦਰ ਵਾਲੀ ਸਾਈਡ ਤੋਂ। ਆ ਸਾਰਾ ਏਰੀਆ ਜਿਹੜਾ ਫਲੋਇਮ ਦਾ ਹੈ, ਤੇ ਉਸ ਤੋਂ ਬਾਅਦ ਜਿਹੜਾ ਇਸਦੇ ਨੀਚੇ ਜਿਹੜਾ ਹੈ ਉਹ ਅੰਦਰ ਜ਼ਾਇਲਮ ਪਾਇਆ ਜਾਂਦਾ ਹੈ। ਜਿਹੜਾ ਰੈੱਡ ਕਲਰ ਦਾ ਆਹ ਵਾਲਾ ਏਰੀਆ ਹੈਗਾ ਜੀ, ਇਹ ਹੈਗਾ ਜੀ ਜ਼ਾਇਲਮ ਦਾ ਏਰੀਆ, ਤੇ ਉਸ ਦੋਨਾਂ ਨੂੰ ਮਿਲਾ ਕੇ ਬਣਦਾ ਜੀ ਵੈਸਕੂਲਰ ਬੰਡਲ। ਸੋ ਵੈਸਕੂਲਰ ਬੰਡਲ ਐਕਚੁਅਲੀ ਕਿਹੜੇ ਹੁੰਦੇ ਆ ਜੀ, ਜ਼ਾਇਲਮ ਤੇ ਫਲੋਇਮ ਨੂੰ ਮਿਲਾ ਕੇ ਬਣਦੇ ਆ ਵੈਸਕੂਲਰ ਬੰਡਲ। ਜ਼ਾਇਲਮ ਤੇ ਫਲੋਇਮ ਜਿਵੇਂ ਆਪਾਂ ਤੁਹਾਨੂੰ ਦੱਸਿਆ ਦੋਨਾਂ ਨੂੰ ਹੀ ਮਿਲਾ ਕੇ ਉਹਨਾਂ ਦੋਨਾਂ ਨੂੰ ਵੈਸਕੂਲਰ ਬੰਡਲ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਦੋਨਾਂ ਨੂੰ ਕੰਡਕਟਿਵ ਟਿਸ਼ੂ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋਨੋਂ ਜਿਹੜੇ ਟਿਸ਼ੂ ਨੇ ਉਹ ਪੌਦੇ ਦੇ ਵਿੱਚ ਪਾਣੀ, ਨਿਊਟਰੀਐਂਟਸ ਤੇ ਭੋਜਨ ਜਿਹੜਾ ਹੈ ਉਹਨਾਂ ਨੂੰ ਕੰਡਕਟ ਕਰਦੇ। ਕੰਡਕਟ ਕਰਨ ਦਾ ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਂਦੇ ਨੇ। ਸੋ ਇਸ ਕਰਕੇ ਇਹਨਾਂ ਨੂੰ ਕੰਡਕਟਿਵ ਟਿਸ਼ੂ ਵੀ ਕਿਹਾ ਜਾਂਦਾ ਹੈ। ਹਾਂਜੀ, ਫੋਟੋ ਤੋਂ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਹੈਗੇ ਜੀ ਜ਼ਾਇਲਮ ਟਿਸ਼ੂ। ਜ਼ਾਇਲਮ ਟਿਸ਼ੂ ਐਕਚੁਅਲੀ ਕਿਹੜੇ ਹੁੰਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਇਹ ਕੰਡਕਟਿੰਗ ਟਿਸ਼ੂ ਕਿਹਾ ਜਾਂਦਾ ਹੈ। ਜ਼ਾਇਲਮ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਇਹ ਕੀ ਕੰਡਕਟ ਕਰਦਾ, ਵਾਟਰ ਲੈ ਕੇ ਜਾਂਦਾ ਹੈ ਰੂਟਸ ਤੋਂ ਡਿਫਰੈਂਟ ਪਾਰਟਸ ਆਫ ਦਾ ਪਲਾਂਟਸ, ਲਾਈਕ ਜੜ੍ਹਾਂ ਤੋਂ ਪੌਦਿਆਂ ਦੇ ਬਾਕੀ ਭਾਗਾਂ ਤੱਕ ਸਾਰਾ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਜ਼ਾਇਲਮ ਹੀ ਕਰਦਾ ਹੈ। ਇਸ ਟਿਸ਼ੂ ਦੇ ਵਿੱਚ ਮੋਸਟਲੀ ਜਿਹੜੇ ਡੈਡ ਸੈੱਲ ਪਾਏ ਜਾਂਦੇ ਨੇ, ਇਹਨਾਂ ਦਾ ਮੇਨ ਕੰਮ ਜਿਹੜਾ ਟਰਾਂਸਪੋਰਟ ਦਾ ਹੋ ਗਿਆ ਜੀ, ਪਾਣੀ ਨੂੰ ਟਰਾਂਸਪੋਰਟ ਕਰਨ ਦਾ, ਪਾਣੀ ਨੂੰ ਕੰਡਕਟ ਕਰਨ ਦਾ ਹੋ ਗਿਆ, ਜੜ੍ਹਾਂ ਤੋਂ ਲੈ ਕੇ ਬਾਕੀ ਭਾਗਾਂ ਤੱਕ। ਕਿਹੜੀ ਚੀਜ਼ਾਂ ਇਸ ਦੇ ਵਿੱਚ ਪਾਈਆਂ ਜਾਂਦੀਆਂ ਨੇ, ਸਭ ਤੋਂ ਪਹਿਲਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟ੍ਰੈਕਿਆਰਡਸ ਇਸ ਦੇ ਵਿੱਚ ਪਾਏ ਜਾਂਦੇ ਨੇ, ਵੈਸਲਸ ਇਸ ਦੇ ਵਿੱਚ ਪਾਏ ਜਾਂਦੇ ਨੇ, ਤੇ ਨਾਲ ਹੀ ਜ਼ਾਇਲਮ ਪੈਰੇਨਕਾਈਮਾ ਜਿਹੜਾ ਇਸ ਦੇ ਵਿੱਚ ਪਾਇਆ ਜਾਂਦਾ ਹੈ। ਟਿਊਬਲਰ ਸਟਰਕਚਰ ਤੁਸੀਂ ਦੇਖ ਸਕਦੇ ਹੋ, ਇੱਕ ਟਿਊਬਲਰ ਸਟਰਕਚਰ ਹੈ, ਟਿਊਬ ਦੀ ਤਰ੍ਹਾਂ ਜਿਹੜਾ ਇਹ ਸਟਰਕਚਰ ਹੈਗਾ, ਦੋਨਾਂ ਦਾ ਇੱਕ ਟਿਊਬ ਦੀ ਤਰ੍ਹਾਂ ਸਟਰਕਚਰ ਹੈ। ਇਹਨਾਂ ਦਾ ਕੰਮ ਕੀ ਹੈ, ਵਾਟਰ ਤੇ ਮਿਨਰਲਸ ਨੂੰ ਵਰਟੀਕਲੀ ਅਪਵਰਡ ਜਿਹੜਾ ਲੈ ਕੇ ਜਾਣਾ ਹੈ, ਰੂਟ ਤੋਂ ਜੜ੍ਹਾਂ ਤੋਂ ਉੱਪਰ ਤੱਕ ਪਾਣੀ ਨੂੰ ਪਹੁੰਚਾਉਣਾ ਹੈ। ਜ਼ਾਇਲਮ ਪੈਰੇਨਕਾਈਮਾ ਦਾ ਕੰਮ ਕੀ ਹੋ ਗਿਆ, ਇਸ ਦੇ ਵਿੱਚ ਲਿਵਿੰਗ ਸੈੱਲ ਹੁੰਦੇ ਨੇ, ਆਪਾਂ ਤੁਹਾਨੂੰ ਦੱਸਿਆ ਸੀਗਾ ਜੀ ਪੈਰੇਨਕਾਈਮਾ ਲਿਵਿੰਗ ਸੈੱਲ ਤੋਂ ਬਣਿਆ ਹੋਇਆ ਹੈ। ਤੇ ਇਹ ਕੰਮ ਕੀ ਕਰਦਾ, ਇੱਕ ਤਾਂ ਇਹ ਸਪੋਰਟ ਕਰਨ ਦਾ ਕੰਮ ਕਰਦਾ ਹੈ, ਦੂਸਰਾ ਇਹ ਭੋਜਨ ਨੂੰ ਸਟੋਰ ਕਰਨ ਦਾ ਕੰਮ ਕਰਦਾ ਹੈ। ਤੇ ਇਹ ਕੀ ਕਰਦਾ ਹੈ ਜੀ, ਜਿਵੇਂ ਪਾਣੀ ਹੈ ਉਹ ਜੜ੍ਹਾਂ ਤੋਂ ਉੱਪਰ ਦੀ ਤਰਫ ਜਾਂਦਾ ਹੈ ਥਰੂ ਟ੍ਰੈਕਿਆਡ ਔਰ ਵੈਸਲਸ, ਲੇਕਿਨ ਜ਼ਾਇਲਮ ਪੈਰੇਨਕਾਈਮਾ ਜਿਹੜਾ ਉਹ ਪਾਣੀ ਨੂੰ ਸਾਈਡ ਵੇ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਸਾਈਡ ਵੇ ਜਿਹੜਾ ਹੈ ਇਸ ਤਰਫ ਔਰ ਇਸ ਤਰਫ, ਇਹ ਜਿਹੜਾ ਇਸ ਤਰ੍ਹਾਂ ਪਹੁੰਚਾਉਣ ਦਾ ਜਿਹੜਾ ਕੰਮ ਹੈਗਾ ਵਾਟਰ ਨੂੰ, ਇਹ ਜਿਹੜਾ ਪੈਰੇਨਕਾਈਮਾ ਕਰਦਾ ਹੈ, ਭੋਜਨ ਨੂੰ ਸਟੋਰ ਕਰਦਾ ਹੈ, ਤੇ ਨਾਲ ਹੀ ਲੇਟਰਲੀ ਸਪੋਰਟ ਵੀ ਦਿੰਦਾ ਹੈ। ਇਹਦੇ ਵਿੱਚ ਹੁੰਦਾ ਜੀ ਜ਼ਾਇਲਮ ਫਾਈਬਰਸ ਵੀ ਇਹਦੇ ਵਿੱਚ ਪਾਏ ਜਾਂਦੇ ਨੇ, ਤੇ ਜ਼ਾਇਲਮ ਫਾਈਬਰਸ ਜਿਹੜੇ ਹੁੰਦੇ ਨੇ ਉਹ ਡੈਡ ਸੈੱਲ ਤੋਂ ਬਣੇ ਹੁੰਦੇ ਨੇ, ਤੇ ਉਹਨਾਂ ਦਾ ਮੇਨ ਕੰਮ ਸਿਰਫ ਸਪੋਰਟ ਕਰਨਾ ਹੀ ਹੁੰਦਾ ਹੈ। ਸੋ ਇਹਨਾਂ ਚੀਜ਼ਾਂ ਤੋਂ ਮਿਲ ਕੇ ਜਿਹੜਾ ਪੂਰਾ ਜ਼ਾਇਲਮ
ਟਿਸ਼ੂ ਬਣਦਾ ਹੈ ਜਿਹਦੇ ਵਿੱਚ ਟ੍ਰੈਕਿਆਰਡਸ ਹੁੰਦੇ ਨੇ, ਵੈਸਲਸ ਹੁੰਦੇ ਨੇ ਤੇ ਨਾਲ ਹੀ ਜ਼ਾਈਲਮ ਪੈਰਨਕਾਈਮਾ ਹੁੰਦਾ ਹੈ, ਫਾਈਬਰਸ ਹੁੰਦੇ ਨੇ। ਤੁਸੀਂ ਇੱਥੇ ਦੇਖ ਸਕਦੇ ਹੋ ਜ਼ਾਈਲਮ ਕੰਸਿਸਟਸ ਆਫ ਟ੍ਰੈਕਿਆਰਡਸ, ਵੈਸਲਸ, ਜ਼ਾਈਲਮ ਪੈਰਨਕਾਈਮਾ ਤੇ ਨਾਲ ਹੀ ਜ਼ਾਈਲਮ ਫਾਈਬਰਸ। ਟ੍ਰੈਕਿਆਰਡਸ ਤੇ ਜਿਹੜੇ ਵੈਸਲਸ ਹੁੰਦੇ ਨੇ ਹੈਵ ਥਿਕ ਵੋਲਸ, ਇਹਨਾਂ ਦੀਆਂ ਜਿਹੜੀਆਂ ਵੋਲਸ ਹੁੰਦੀਆਂ ਨੇ ਕਾਫੀ ਥਿਕ ਵੋਲਸ ਹੁੰਦੀਆਂ ਨੇ। ਐਂਡ ਆਰ ਡੈਡ ਸੈਲਸ, ਤੇ ਡੈਡ ਸੈਲ ਹੁੰਦੇ ਨੇ ਵੈਨ ਮੈਚਿਓਰ, ਜਦੋਂ ਮੈਚਿਓਰ ਹੋ ਜਾਂਦੇ ਨੇ ਉਦੋਂ ਇਹ ਡੈਡ ਸੈਲ ਬਣ ਜਾਂਦੇ ਨੇ। ਲੇਕਿਨ ਜੋ ਟ੍ਰੈਕਿਆਰਡਸ ਐਂਡ ਵੈਸਲਸ ਹੈ ਟਿਊਬੂਲਰ ਸਟਰਕਚਰ ਹੈ, ਟਿਊਬ ਦੀ ਤਰ੍ਹਾਂ ਸਟਰਕਚਰ ਹੈ। ਕੀ ਅਲੋ ਕਰਦੇ ਨੇ? ਟਰਾਂਸਪੋਰਟ ਵਾਟਰ ਐਂਡ ਮਿਨਰਲਸ ਵਰਟੀਕਲੀ, ਤੋਂ ਵਰਟੀਕਲੀ ਪਾਣੀ ਲੈ ਕੇ ਜਾਂਦੇ ਨੇ। ਪੈਰਨਕਾਈਮਾ ਸਟੋਰਸ ਫੂਡ, ਪੈਰਨਕਾਈਮਾ ਫੂਡ ਨੂੰ ਸਟੋਰ ਕਰਦਾ ਹੈ। ਜ਼ਾਈਲਮ ਫਾਈਬਰਸ ਆਰ ਮੇਨਲੀ ਸਪੋਰਟਿਵ ਇਨ ਫੰਕਸ਼ਨ, ਮੇਨਲੀ ਉਹਨਾਂ ਦਾ ਕੰਮ ਫਾਈਬਰ ਦਾ ਸਿਰਫ ਸਪੋਰਟ ਕਰਨਾ ਹੁੰਦਾ ਹੈ, ਔਰ ਫਾਈਬਰ ਦੇ ਵਿੱਚ ਮੋਸਟਲੀ ਡੈਡ ਸੈਲ ਹੁੰਦੇ ਨੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫਲੋਐਮ ਦੀ। ਇਹ ਜਿਹੜੀ ਫੋਟੋ ਹੈਗੀ ਇਹ ਹੈਗੀ ਜੀ ਫਲੋਐਮ ਦੀ ਫੋਟੋ ਹੈ, ਸੈਕਸ਼ਨ ਆਫ ਫਲੋਐਮ। ਫਲੋਐਮ ਦਾ ਕੰਮ ਕੀ ਹੁੰਦਾ ਹੈ? ਫਲੋਐਮ ਦਾ ਕੰਮ ਹੁੰਦਾ ਫੂਡ ਨੂੰ ਕੰਡਕਟ ਕਰਨਾ, ਫੂਡ ਨੂੰ ਟਰਾਂਸਪੋਰਟ ਕਰਨਾ ਟੂ ਦਾ ਡਿਫਰੈਂਟ ਪਾਰਟਸ ਆਫ ਦਾ ਪਲਾਂਟ, ਪੌਦੇ ਦੇ ਹਰ ਇੱਕ ਭਾਗ ਤੱਕ ਭੋਜਨ ਨੂੰ ਪਹੁੰਚਾਉਣਾ। ਇਹਦੇ ਵਿੱਚ ਲਿਵਿੰਗ ਸੈੱਲ ਹੁੰਦੇ ਨੇ, ਐਕਸੈਪਟ ਉਹੀ ਜੀ ਫਾਈਬਰ, ਜਿੱਥੇ ਫਲੋਐਮ ਫਾਈਬਰ ਤੁਹਾਨੂੰ ਮਿਲੇਗਾ ਉੱਥੇ ਵੀ ਡੈਡ ਸੈੱਲ ਹੋਣਗੇ। ਬਾਕੀ ਸਾਰੇ ਇਹਦੇ ਵਿੱਚ ਸੈੱਲ ਜਿਹੜੇ ਉਹ ਲਿਵਿੰਗ ਸੈੱਲ ਹੁੰਦੇ ਨੇ। ਕਿਸ ਕਿਸ ਚੀਜ਼ ਤੋਂ ਮਿਲ ਕੇ ਬਣਿਆ ਹੁੰਦਾ? ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦੀਆਂ ਨੇ ਸੀਵ ਟਿਊਬਸ, ਸੀਵ ਟਿਊਬਸ ਇਹਦੇ ਵਿੱਚ ਹੁੰਦੀਆਂ ਨੇ। ਕੰਪੈਨੀਅਨ ਸੈੱਲ ਤੁਹਾਨੂੰ ਇਹਦੇ ਵਿੱਚ ਮਿਲਣਗੇ। ਫਲੋਐਮ ਪੈਰਨਕਾਈਮਾ ਤੁਹਾਨੂੰ ਇਹਦੇ ਵਿੱਚ ਮਿਲੇਗਾ ਤੇ ਨਾਲ ਫਲੋਐਮ ਫਾਈਬਰਸ ਇਹਦੇ ਵਿੱਚ ਮਿਲਣਗੇ। ਸੋ ਸੀਵ ਟਿਊਬ ਦੀ ਅਗਰ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ, ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਇਸ ਤਰ੍ਹਾਂ ਤੁਹਾਨੂੰ ਲੰਬੀ ਲੰਬੀ ਟਿਊਬ ਦਿਖਾਈ ਦੇ ਰਹੀ ਹੈ, ਇਹ ਹੈਗੀ ਹੈ ਜੀ ਸੀਵ ਟਿਊਬਸ। ਤੇ ਨਾਲ ਹੀ ਜਿਹੜੇ ਤੁਹਾਨੂੰ ਉੱਪਰ ਦਿਖਾਈ ਦੇ ਰਹੇ ਨੇ ਇਸ ਨੂੰ ਆਪਾਂ ਕਹਿੰਦੇ ਹਾਂ ਸੀਵ ਪਲੇਟਸ। ਆਹ ਜਿਹੜੀ ਤੁਹਾਨੂੰ ਇਸ ਤਰ੍ਹਾਂ ਇਹ ਦਿਖਾਈ ਦੇ ਰਹੀਆਂ ਨੇ ਇਹ ਹੈਗੇ ਨੇ ਸੀਵ ਪਲੇਟਸ। ਇਹਨਾਂ ਦੀ ਜਿਹੜੀ ਵਾਲਸ ਹੁੰਦੀਆਂ ਨੇ, ਇਹਨਾਂ ਦੀ ਜਿਹੜੀ ਦੀਵਾਰ ਹੈ, ਕੰਧ ਹੈ, ਉਹ ਕੀ ਹੈ ਜੀ? ਪਰਫੋਰੇਟਡ ਹੁੰਦੀ ਹੈ, ਮਤਲਬ ਪਲੇਟਸ ਵਿਦ ਪੋਰਸ। ਤੋਂ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਹਾਂ, ਇਹ ਹੈਗੀ ਜੀ ਇਸ ਦੀ ਵਾਲਸ। ਤੇ ਤੁਹਾਨੂੰ ਆਹ ਜਿਹੜੀ ਇਸ ਤਰ੍ਹਾਂ ਇਸ ਦੀ ਵਾਲ ਦਿਖਾਈਆਂ ਦੇ ਰਹੀਆਂ ਹੋਣਗੀਆਂ, ਇਹ ਜੋ ਵਾਲਸ ਹੈਗੇ ਨੇ, ਜੋ ਦੀਵਾਰ ਹੈ ਜਾਂ ਕੰਧ ਹੈਗੀ, ਇਹਨਾਂ ਦੇ ਵਿੱਚ ਤੁਹਾਨੂੰ ਕੁਛ ਕੁਛ ਛੇਕ ਦਿਖਾਈ ਦੇ ਰਹੇ ਹੋਣਗੇ। ਇਹ ਬਿਲਕੁਲ ਇਕੱਠੀ ਦੀਵਾਰ ਨਹੀਂ ਹੈਗੀ, ਇਹਦੇ ਵਿੱਚ ਜੋ ਇਹ ਛੇਕ ਹੈਗੇ ਨੇ ਇਸ ਨੂੰ ਆਪਾਂ ਕਹਿੰਦੇ ਹਾਂ ਜੀ ਪੋਰਸ। ਇਹ ਸੀਵ ਟਿਊਬਸ ਹੋ ਗਈਆਂ। ਉਸ ਤੋਂ ਬਾਅਦ ਹੁੰਦਾ ਜੀ ਕੰਪੈਨੀਅਨ ਸੈਲਸ, ਤੁਹਾਨੂੰ ਦਿਖਾਈ ਦੇ ਰਹੇ ਹੋਣਗੇ, ਇਹ ਹੈਗੇ ਆ ਬਿਲਕੁਲ ਸੀਵ ਟਿਊਬ ਦੇ ਨਾਲ ਇਹ ਸੈੱਲ ਪਏ ਨੇ, ਕੰਪੈਨੀਅਨ ਸੈੱਲ ਨਾਲ ਪਏ ਨੇ, ਇਸ ਕਰਕੇ ਇਹਨੂੰ ਕੰਪੈਨੀਅਨ ਕਹਿੰਦੇ ਨੇ। ਕੰਪੈਨੀਅਨ ਦਾ ਮਤਲਬ ਪੰਜਾਬੀ 'ਚ ਸਹਿਯੋਗੀ ਹੁੰਦਾ, ਜੋ ਸਹਿਯੋਗ ਦੇਵੇ, ਰੈਗੂਲੇਟ ਕਰਦਾ ਇਹ ਮੈਟਾਬੋਲਿਕ ਐਕਟੀਵਿਟੀਜ਼ ਨੂੰ। ਸੀ ਟਿਊਬ ਦੇ ਵਿੱਚ ਜੋ ਵੀ ਕੰਮ ਹੁੰਦਾ ਉਸਦੀ ਉਸ ਸਾਰੀ ਐਕਟੀਵਿਟੀਜ਼ ਨੂੰ ਰੈਗੂਲੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਕੰਪੈਨੀਅਨ ਸੈੱਲ। ਤੀਸਰਾ ਹੈਗਾ ਇਸ ਦੇ ਵਿੱਚ ਫਲੋਐਮ ਪੈਰਨਕਾਈਮਾ। ਫਲੋਐਮ ਪੈਰਨਕਾਈਮਾ ਦਾ ਕੰਮ ਕੀ ਹੁੰਦਾ ਜੀ? ਇੱਕ ਤਾਂ ਸੀਵ ਟਿਊਬ ਨੂੰ ਸਪੋਰਟ ਕਰਨਾ। ਪੈਰਨਕਾਈਮਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ ਹੀ ਜਿਹੜੇ ਬਾਹਰਲੀ ਤਰਫ ਸੈੱਲ ਦਿਖਾਈ ਦੇ ਰਹੇ ਨੇ ਇਹ ਪੈਰਨਕਾਈਮਾ ਸੈੱਲ ਹੈਗੇ ਨੇ। ਇਹਨਾਂ ਦਾ ਕੰਮ ਕੀ ਹੈ? ਸੀਵ ਟਿਊਬ ਨੂੰ ਸਪੋਰਟ ਕਰਨਾ ਤੇ ਨਾਲ ਹੀ ਜਿਹੜਾ ਸਟਾਰਚ ਹੈਗਾ, ਕਿਉਂਕਿ ਫੂਡ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਇਹਦੇ ਵਿੱਚ, ਸੋ ਫੂਡ ਨੂੰ ਸਟੋਰ ਕਰਨਾ ਤੇ ਨਾਲ ਹੀ ਸੀਵ ਟਿਊਬ ਨੂੰ ਸਪੋਰਟ ਕਰਨਾ। ਇਹ ਇਹਦਾ ਜਿਹੜਾ ਇਹਦਾ ਮੇਨ ਕੰਮ ਹੈ, ਫੂਡ ਨੂੰ ਸਟੋਰ ਕਰਨਾ। ਜਿਵੇਂ ਸਟਾਰਚ ਨੂੰ ਪਤਾ ਹੀ ਹੈ ਪਲਾਂਟ ਦੇ ਵਿੱਚ ਜੋ ਭੋਜਨ ਹੈ ਉਹ ਕਿਸ ਰੂਪ ਦੇ ਵਿੱਚ ਸਟੋਰ ਹੁੰਦਾ? ਸਟਾਰਚ ਦੇ ਰੂਪ ਦੇ ਵਿੱਚ ਸਟੋਰ ਹੁੰਦਾ, ਸਟਾਰਚ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ। ਸੋ ਸਟਾਰਚ ਨੂੰ ਸਟੋਰ ਕਰਨਾ ਤੇ ਨਾਲ ਹੀ ਸੀਵ ਟਿਊਬ ਨੂੰ ਸਪੋਰਟ ਕਰਨਾ ਇਹਦਾ ਮੇਨ ਕੰਮ ਹੈ। ਫਲੋਐਮ ਫਾਈਬਰ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹ ਮੈਕੈਨੀਕਲ ਸਪੋਰਟ ਦਿੰਦਾ, ਸਟਰੈਂਥ ਦਿੰਦਾ, ਮਜ਼ਬੂਤੀ ਦਿੰਦਾ। ਡੈਡ ਸੈਲਸ ਹੁੰਦੇ ਨੇ ਉਹਦੇ ਵਿੱਚ। ਤਾਂ ਇਹ ਹੋ ਗਿਆ ਜੀ ਪੂਰਾ ਫਲੋਐਮ। ਇੱਕ ਵਾਰ ਤੁਸੀਂ ਇੱਥੇ ਪੈਰਾਗ੍ਰਾਫ ਵੀ ਦੇਖ ਸਕਦੇ ਹੋ। ਫਲੋਐਮ ਦੇ ਵਿੱਚ 5 ਟਾਈਪਸ ਆਫ ਸੈਲਸ ਜਿਹੜੇ ਆ ਪਾਏ ਜਾਂਦੇ ਨੇ। ਕਿਹੜੇ ਕਿਹੜੇ? ਸੀਵ ਸੈਲਸ ਪਾਏ ਜਾਂਦੇ ਨੇ, ਸੀਵ ਟਿਊਬਸ ਪਾਈਆਂ ਜਾਂਦੀਆਂ ਨੇ, ਕੰਪੈਨੀਅਨ ਸੈਲਸ ਪਾਏ ਜਾਂਦੇ ਨੇ, ਫਲੋਐਮ ਫਾਈਬਰਸ ਪਾਏ ਜਾਂਦੇ ਨੇ ਤੇ ਨਾਲ ਹੀ ਫਲੋਐਮ ਪੈਰਨਕਾਈਮਾ ਪਾਇਆ ਜਾਂਦਾ ਹੈ। ਸੀਵ ਟਿਊਬਸ ਆਪਾਂ ਤੁਹਾਨੂੰ ਦੱਸਿਆ ਇਹ ਵੀ ਟਿਊਬਲਰ ਸੈਲਸ ਨੇ। ਪਰਫੋਰੇਟਡ ਵਾਲਸ ਯਾਨੀ ਕਿ ਛੇਕ ਵਾਲੀ ਇਹਨਾਂ ਦੀ ਦੀਵਾਰ ਹੁੰਦੀ ਹੈ। ਟਰਾਂਸਪੋਰਟ ਕੀ ਕਰਦੇ ਨੇ? ਫੂਡ ਫਰੋਮ ਲੀਵਸ ਟੂ ਦ ਅਦਰ ਪਾਰਟਸ ਆਫ ਦਾ ਪਲਾਂਟ, ਪੱਤਿਆਂ ਤੋਂ ਬਾਕੀ ਭਾਗਾਂ ਤੱਕ ਪਹੁੰਚਾਉਂਦੇ ਨੇ। ਐਕਸੈਪਟ ਫਲੋਐਮ ਫਾਈਬਰ ਅਦਰ ਫਲੋਐਮ ਸੈਲਸ ਆਰ ਲਿਵਿੰਗ ਸੈਲਸ। ਸੋ ਬਾਕੀ ਸਾਰੇ ਲਿਵਿੰਗ ਸੈਲਸ ਹੁੰਦੇ ਨੇ, ਸਿਰਫ ਫਲੋਐਮ ਫਾਈਬਰ ਜਿਹੜੇ ਨੇ ਉਹ ਡੈਡ ਸੈਲਸ ਹੁੰਦੇ ਨੇ। ਇਹ ਸੀਗਾ ਜੀ ਜ਼ਾਈਲਮ ਤੇ ਫਲੋਐਮ। ਜ਼ਾਈਲਮ ਤੇ ਫਲੋਐਮ ਜਿਹੜਾ ਹੈ ਇਹ ਦੋਨੋਂ ਹੀ ਕੰਪਲੈਕਸ ਪਰਮਾਨੈਂਟ ਟਿਸ਼ੂ ਹੈ ਜੋ ਕਿ ਪਾਣੀ ਤੇ ਭੋਜਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣ ਦਾ ਕੰਮ ਕਰਦੇ ਨੇ। ਜ਼ਾਈਲਮ ਦੀ ਅਗਰ ਆਪਾਂ ਗੱਲ ਕਰ ਲਈਏ ਜੀ, ਜ਼ਾਈਲਮ ਤੇ ਹੁਣ ਫਲੋਐਮ ਦੇ ਵਿੱਚ ਕੀ ਡਿਫਰੈਂਸ ਹੈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਜ਼ਾਈਲਮ ਤੇ ਫਲੋਐਮ ਦੋਨਾਂ ਨੂੰ ਹੀ ਮਿਲ ਕੇ, ਦੋਨਾਂ ਨੂੰ ਮਿਲਾ ਕੇ ਵਸਕੂਲਰ ਬੰਡਲ ਬੋਲਿਆ ਜਾਂਦਾ ਹੈ ਜਾਂ ਕੰਡਕਟਿਵ ਟਿਸ਼ੂ ਬੋਲਿਆ ਜਾਂਦਾ ਹੈ। ਜ਼ਾਈਲਮ ਜਿਹੜਾ ਹੈ ਉਹ ਵਾਟਰ ਨੂੰ ਜੜ੍ਹਾਂ ਤੋਂ ਬਾਕੀ ਭਾਗਾਂ ਤੱਕ ਪਹੁੰਚਾਉਂਦਾ ਹੈ, ਲੇਕਿਨ ਫਲੋਐਮ ਜਿਹੜਾ ਹੈ ਉਹ ਫੂਡ ਨੂੰ ਟਰਾਂਸਪੋਰਟ ਕਰਨ ਦਾ ਕੰਮ ਕਰਦਾ ਹੈ ਪੱਤਿਆਂ ਤੋਂ ਡਿਫਰੈਂਟ ਪਾਰਟਸ ਆਫ ਦਾ ਪਲਾਂਟਸ ਤੱਕ। ਜ਼ਾਈਲਮ ਜਿਹੜਾ ਹਮੇਸ਼ਾ ਯੂਨੀ ਡਾਇਰੈਕਸ਼ਨਲ ਹੁੰਦਾ ਜੀ, ਕਿਉਂਕਿ ਉਹਨੇ ਜੜ੍ਹਾਂ ਤੋਂ ਇਹ ਪਾਣੀ ਲੈਣਾ ਤੇ ਪੌਦੇ ਦੇ ਬਾਕੀ ਭਾਗਾਂ ਤੱਕ ਪਹੁੰਚਾਉਣਾ ਹੈ। ਸੋ ਯੂਨੀ ਡਾਇਰੈਕਸ਼ਨਲ ਮਤਲਬ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਜਾਂਦਾ ਹੈ, ਲੇਕਿਨ ਫਲੋਐਮ ਜਿਹੜਾ ਹੈ ਉਹ ਬਾਈ ਡਾਇਰੈਕਸ਼ਨਲ ਹੁੰਦਾ। ਜ਼ਾਈਲਮ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਮੈਚਿਓਰਿਟੀ ਹੁੰਦੀ, ਮੋਸਟਲੀ ਜਿਹੜੇ ਜ਼ਾਈਲਮ ਦੇ ਵਿੱਚ ਡੈਡ ਸੈੱਲ ਹੁੰਦੇ ਨੇ, ਲੇਕਿਨ ਫਲੋਐਮ ਦੇ ਵਿੱਚ ਮੋਸਟਲੀ ਜਿਹੜੇ ਲਿਵਿੰਗ ਟਿਸ਼ੂਜ਼ ਹੁੰਦੇ ਨੇ, ਐਕਸੈਪਟ ਫਲੋਐਮ ਫਾਈਬਰਸ। ਜਿਹੜੇ ਜ਼ਾਈਲਮ ਹੁੰਦਾ ਆਪਾਂ ਤੁਹਾਨੂੰ ਫੋਟੋ ਦੇ ਵਿੱਚ ਸ਼ੋਅ ਕੀਤਾ ਸੀ, ਇੱਕ ਵਾਰ ਫਿਰ ਤੋਂ ਸ਼ੋਅ ਕਰ ਦਿੰਦੇ ਹਾਂ। ਤਣੇ ਦੇ ਵਿੱਚ ਜਿਹੜਾ ਜ਼ਾਈਲਮ ਹੁੰਦਾ ਉਹ ਜਿਹੜਾ ਸੈਂਟਰ ਦੇ ਵਿੱਚ ਪਾਇਆ ਜਾਂਦਾ ਹੈ, ਲੇਕਿਨ ਜਿਹੜਾ ਫਲੋਐਮ ਹੈ ਉਹ ਆਊਟਰ ਸਾਈਡ ਤੇ ਪਾਇਆ ਜਾਂਦਾ ਹੈ। ਫਲੋਐਮ ਹਮੇਸ਼ਾ ਆਊਟਰ ਸਾਈਡਰ ਤੇ ਪਾਇਆ ਜਾਂਦਾ ਹੈ, ਜ਼ਾਈਲਮ ਉਸ ਤੋਂ ਵੀ ਅੰਦਰ ਹੁੰਦਾ ਹੈ। ਸੋ ਜ਼ਾਈਲਮ ਤਣੇ ਦੇ ਅੰਦਰ ਪਾਇਆ ਜਾਂਦਾ ਹੈ ਤੇ ਫਲੋਐਮ ਜ਼ਾਈਲਮ ਤੋਂ ਬਾਹਰ ਵਾਲੀ ਸਾਈਡ ਨੂੰ ਪਾਇਆ ਜਾਂਦਾ ਹੈ। ਇਹ ਜਿਹੜਾ ਜ਼ਾਈਲਮ ਤੇ ਫਲੋਐਮ ਦੇ ਵਿੱਚ ਅੰਤਰ ਹੈ। ਆਈ ਹੋਪ ਤੁਹਾਨੂੰ ਸਾਰੇ ਪੁਆਇੰਟਸ ਚੰਗੀ ਤਰ੍ਹਾਂ ਸੁਣ ਕੇ, ਰੋਕ ਕੇ ਜਾਂ ਹੌਲੀ ਕਰਕੇ ਆਪਣੀ ਨੋਟਬੁੱਕ ਤੇ ਜ਼ਰੂਰ ਨੋਟ ਕੀਤੇ ਹੋਣਗੇ। ਅਗਰ ਨਹੀਂ ਕੀਤੇ ਤਾਂ ਜ਼ਰੂਰ ਨੋਟ ਕਰ ਲਓ, ਕਿਉਂਕਿ ਜਦ ਤੁਸੀਂ ਸੁਣ ਕੇ ਧਿਆਨ ਦੇ ਕੇ ਆਪਣੀ ਨੋਟਬੁੱਕ ਤੇ ਨੋਟ ਕਰਦੇ ਹੋ ਤਾਂ ਉਹ ਚੀਜ਼ ਯਾਦ ਰਹੇਗੀ।
ਅਗਰ ਕੋਈ ਕਹਾਣੀ ਵਾਂਗੂ ਸਭ ਕੁਝ ਸੁਣਾ ਦੇ ਔਰ ਆਪਾਂ ਨੋਟ ਨਾ ਕਰੀਏ ਔਰ ਸਕਰੀਨ 'ਤੇ ਸਭ ਕੁਝ ਲਿਖਿਆ ਹੋਇਆ ਦਿਖ ਰਿਹਾ ਹੋਵੇ ਤਾਂ ਫਿਰ ਆਪਾਂ ਸੁਣਦੇ ਨਹੀਂ, ਆਪਾਂ ਬਸ ਕਹਾਣੀ ਵਾਂਗੂ ਸੁਣ ਕੇ ਅਗਾਂਹ ਕਰ ਦਿੰਦੇ ਹਾਂ। ਲੇਕਿਨ ਇੱਦਾਂ ਨਹੀਂ ਕਰਨਾ, ਤੁਸੀਂ ਨਾਲ ਨਾਲ ਸੁਣਨਾ, ਧਿਆਨ ਨਾਲ ਆਪਣੀ ਨੋਟਬੁੱਕ 'ਤੇ ਨੋਟਸ ਬਣਾਉਣੇ ਨੇ ਅਤੇ ਇਹਨਾਂ ਨੂੰ ਫਿਰ ਤੁਹਾਨੂੰ ਐਗਜ਼ਾਮ ਦੇ ਟਾਈਮ ਜਿਹੜਾ ਉਹ ਹੈਲਪ ਹੋ ਜਾਏਗੀ। ਇਹ ਆ ਪੂਰਾ ਆਪਣਾ ਚਾਰਟ, ਜਿਹਦੇ ਵਿੱਚ ਮੈਰਿਸਟੇਮੈਟਿਕ ਟਿਸ਼ੂ ਉਹਦੀਆਂ ਤਿੰਨੇ ਟਾਈਪਸ ਆਪਾਂ ਕਰ ਚੁੱਕੇ ਹਾਂ। ਪਰਮਾਨੈਂਟ ਟਿਸ਼ੂ, ਸਿੰਪਲ ਤੇ ਕੰਪਲੈਕਸ। ਸਿੰਪਲ ਦੇ ਅੱਗੇ ਪੈਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ, ਇਸੇ ਤਰ੍ਹਾਂ ਕੰਪਲੈਕਸ ਦਾ ਜ਼ਾਈਲਮ ਤੇ ਫਲੋਇਮ। ਇਹ ਜਿਹੜਾ ਆਪਣਾ ਪੂਰਾ ਪਲਾਂਟ ਟਿਸ਼ੂ ਆਪਾਂ ਇਹਦੇ ਵਿੱਚ ਕਵਰ ਕਰ ਲਿਆ ਹੈ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ, ਸਾਰੇ ਹੀ ਕੰਸੈਪਟ ਤੁਹਾਡੇ ਮਾਈਂਡ ਦੇ ਵਿੱਚ ਕਲੀਅਰ ਹੋਏ ਹੋਣਗੇ ਔਰ ਤੁਹਾਡੇ ਨਾਲ ਨਾਲ ਇਸਦੇ ਨੋਟਸ ਵੀ ਬਣਾਏ ਹੋਣਗੇ। ਇਸ ਤੋਂ ਅੱਗੇ ਜਿਹੜਾ ਹੈਗਾ ਜੀ ਐਨੀਮਲ ਟਿਸ਼ੂ, ਉਸਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਤੁਹਾਨੂੰ ਵੀਡੀਓ ਜਿਹੜੀ ਚੰਗੀ ਤਰ੍ਹਾਂ ਸਮਝ ਆਈ ਹੋਏਗੀ, ਕੰਸੈਪਟਸ ਕਲੀਅਰ ਹੋਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਮੈਨੂੰ ਆਪਣਾ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਆਲ ਤੇ ਜ਼ਰੂਰ ਕਲਿੱਕ ਕਰ ਲਿਓ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਫੇਸਬੁੱਕ ਔਰ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।